ਬਦਨਾਮ ਕੁੜੀਆਂ। ਕਿੰਨਾ ਅਜੀਬ ਲੱਗਦਾ ਹੈ ਨਾ ਇਹ ਨਾਂ ਸੁਣਨ ਤੇ ਬੋਲਣ 'ਚ। ਮੈਨੂੰ ਵੀ ਲੱਗਿਆ ਸੀ ਜਦੋਂ ਮੈਂ ਇਹ ਕਹਾਣੀ ਲਿਖ ਰਹੀ ਸੀ। ਸੋਚਦੀ ਸੀ ਕਿ ਇਹ ਠੀਕ ਨਹੀਂ। ਇਸ ਤਰ੍ਹਾਂ ਤਾਂ ਮੈਂ ਇੱਕ ਔਰਤ ਹੋ ਕੇ ਔਰਤ ਦੀ ਹੀ ਬੇਪਤੀ ਕਰ ਰਹੀ ਹਾਂ। ਸਮਾਜ ਕੀ ਕਹੇਗਾ? ਪਰ ਫਿਰ ਦੂਜੇ ਹੀ ਪਲ ਖਿਆਲ ਆਉਂਦਾ ਹੈ ਕਿ ਔਰਤ ਨੂੰ ਬਦਨਾਮ ਕਹਿਣ ਵਾਲਾ ਹੈ ਹੀ ਕੌਣ? ਇਹ ਸਮਾਜ ਹੀ ਨਾ। ਇਹ ਸਮਾਜ ਪਤਾ ਨਹੀਂ ਕਿੰਨੀਆਂ ਕੁ ਔਰਤਾਂ ਨੂੰ ਵੇਸਬਾਪਣੇ ਜਿਹੀ ਦਲਦਲ ਵਿੱਚ ਧਕੇਲ ਕੇ ਬਾਅਦ 'ਚ ਉਹਦੇ ਉੱਤੇ ਬਦਨਾਮੀ ਵਾਲਾ ਲੇਬਲ ਲਗਾ ਦਿੰਦਾ ਹੈ। ਬਸ ਐਸੇ ਲਈ ਮੈਂ ਆਪਣੀ ਇਸ ਕਹਾਣੀ ਦਾ ਨਾਮ ਬਦਨਾਮ ਕੁੜੀਆਂ ਰੱਖਤਾ। ਪਰ ਤੁਸੀਂ ਡਰੋ ਨਾ, ਮੈਂ ਤੁਹਾਨੂੰ ਇੱਥੇ ਕਿਸੇ ਵੇਸਬਾ ਦੀ ਕਹਾਣੀ ਨਹੀਂ ਸੁਣਾਉਣ ਲੱਗੀ। ਮੈਂ ਤਾਂ ਇੱਥੇ ਉਹਨਾਂ ਕੁੜੀਆਂ ਦੀ ਕਹਾਣੀ ਸੁਣਾਉਣ ਆਈ ਹਾਂ ਜਿਹੜੀਆਂ ਇਸ ਭਲੇ ਤੇ ਇੱਜ਼ਤਦਾਰ ਸਮਾਜ ਵਿੱਚ ਰਹਿੰਦੀਆਂ ਨੇ। ਪਰ ਪਤਾ ਨਹੀਂ ਕਿਉਂ ਫਿਰ ਵੀ ਉਹਨਾਂ ਹਜ਼ਾਰਾਂ ਹੀ ਕੁੜੀਆਂ 'ਤੇ ਬਦਨਾਮ ਕੁੜੀਆਂ ਵਾਲਾ ਲੇਬਲ ਲਗਾ ਦਿੱਤਾ ਜਾਂਦਾ ਹੈ। ਕਰੈਕਟਰਲੈਸ ਮੁੰਡੇ? ਨਾ ਨਾ ਨਾ, ਕਰੈਕਟਰਲੈਸ ਮੁੰਡੇ ਨਹੀਂ ਹੁੰਦੇ, ਮੁੰਡੇ ਤਾਂ ਸ਼ਿਕਾਰੀ ਹੁੰਦੇ ਨੇ। ਕਰੈਕਟਰਲੈਸ ਤਾਂ ਸਿਰਫ ਕੁੜੀਆਂ ਹੁੰਦੀਆਂ ਜਾਂ ਬਦਨਾਮ ਕੁੜੀਆਂ। ਤੁਹਾਡੇ ਇੱਥੇ ਵੀ ਪਤਾ ਨਹੀਂ ਕਿੰਨੀਆਂ ਹੀ ਕੁੜੀਆਂ ਬਦਨਾਮ ਹੋਣਗੀਆਂ ਤੇ ਤੁਹਾਡੇ 'ਚੋਂ ਵੀ ਪਤਾ ਨਹੀਂ ਕਿੰਨਿਆਂ ਨੇ ਉਹਨਾਂ ਨੂੰ ਇਹ ਨਾਮ ਦਿੱਤਾ ਹੋਣਾ। ਕਦੇ ਸੋਚਿਆ ਉਹਨਾਂ ਲਈ ਇਹ ਹਾਲਾਤ ਕੌਣ ਪੈਦਾ ਕਰਦਾ ਹੈ ਤੇ ਉਹਨਾਂ ਦਾ ਇਸ ਬਦਨਾਮੀ ਵਾਲੇ ਕਲੰਕ ਨੂੰ ਮੱਥੇ 'ਤੇ ਲਾਉਣ ਦੇ ਕੀ ਕਾਰਨ ਹੋ ਸਕਦੇ ਨੇ? ਨਹੀਂ, ਕਦੇ ਵੀ ਨਹੀਂ। ਬਸ ਅਸੀਂ ਤਾਂ ਇਹ ਕਹਿ ਕੇ ਪਾਸੇ ਹੋ ਜਾਂਦੇ ਹਾਂ ਕਿ ਇਹ ਤਾਂ ਇਹੋ ਜਿਹੀਆਂ ਹੀ ਨੇ, ਪਤਾ ਨਹੀਂ ਕਿੱਥੇ ਕਿੱਥੇ ਫਿਰਦੀਆਂ। ਇਹੀ ਤਾਂ ਹੈ ਬਦਨਾਮ ਕੁੜੀਆਂ ਵਾਲਾ ਲੇਬਲ। ਇਹ ਤਾਂ ਮੇਰੇ ਤੇ ਅੱਜ ਵੀ ਉਸੇ ਤਰ੍ਹਾਂ ਬਲਵਾਨ ਹੈ ਜਿਵੇਂ ਕਿਸੇ ਸਮੇਂ ਯੂਨੀਵਰਸਿਟੀ 'ਚ ਮੇਰੇ ਤੇ ਮੇਰੀਆਂ ਦੋ ਸਹੇਲੀਆਂ ਨਿਸ਼ਾ ਤੇ ਰਣਜੋਤ ਤੇ ਲੱਗਿਆ ਹੋਇਆ ਸੀ। ਅਸੀਂ ਵੀ ਤੁਹਾਡੇ ਵਾਂਗੂ ਲੱਖਾਂ ਹੀ ਸੁਪਨੇ ਲੈ ਕੇ ਆਏ ਸੀ, ਤੁਹਾਡੇ ਵਾਂਗ ਹੀ ਹੱਸਦੀਆਂ ਖੇਡਦੀਆਂ ਤੇ ਕੁੜੀਆਂ ਮੁੰਡਿਆਂ ਦੇ ਇਸ਼ਕ ਮੁਸ਼ਕ ਦੀਆਂ ਗੱਲਾਂ ਕਰਦੀਆਂ। राज तो खाना खाया ही? ਨਹੀਂ ਦੀਦੀ, ਮੈਂ ਤਾਂ ਨਹੀਂ ਖਾਣਾ ਅੱਜ। ਮੈਂ ਸ਼ਾਮ ਜੇ ਨੂੰ ਹੀ ਕੁਝ ਖਾ ਲਿਆ ਸੀ। ओके। ਵੈਸੇ ਮੁਨੀਮ ਨੇ ਬਣਾਇਆ ਕੀ ਹੈ ਅੱਜ? फुद्दू जिवें रोज बनाउंदा कद्दू जे मनीम ने खवा खवा के टिड्डियां ढेरियां नहीं बना छड्डे। पर दीदी मुंडियां दे हॉस्टल विच तां वधिया खाना बनदा होऊगा। वधिया वधिया तां रब दा ही नाम है, जिवें आपां टिड्डी ढेरे ना ओ कोचेरियन नहीं। सच दीदी तुहानूं एक गल दस्सां, साडी एमए दी क्लास विच ना कोई भी मुंडा ਚੱਜ ਦਾ ਹੈ ਨਹੀਂਗਾ, है ना राज? क्यों की गल सोने नहीं? ਕਿੱਥੇ ਦੀਦੀ, ਕੋਈ ਚਿੱਬੜ ਜਿਹਾ, ਕੋਈ ਪੇਠੇ ਵਰਗਾ, ਕੋਈ ਨਹੀਂ ਹੈਗਾ ਚੱਜ ਦਾ। ਅੱਛਾ, ਉਹ ਵਾਲਾ ਘੈਂਟ ਹੈ ਜਿਹਦੇ ਨਾਲ ਰੋਜ਼ ਜਾ ਕੇ ਕਲਾਸ 'ਚ ਬੈਂਚ ਤੇ ਬਹਿ ਜਾਂਦੀ ਹੈ। ਉਹੀ ਤਾਂ ਹੈ ਇੱਕ ਚੱਜ ਦਾ ਜਿਹੜਾ ਮਾੜਾ ਮੋਟਾ ਠੀਕ ਲੱਗਦਾ ਹੈ। ਨਾਲੇ ਮੈਂ ਨਹੀਂ ਉਹਦੇ ਕੋਲੇ ਜਾ ਕੇ ਬੈਠਦੀ, ਉਹ ਮੇਰੇ ਕੋਲ ਆ ਕੇ ਬੈਠਦਾ ਹੈ। है निशा, तू मैनू दस्सिया ही नहीं, मिलाता दे ओदे नाल एक बार। ਨਹੀਂ ਦੀਦੀ, ਇਹੋ ਜਿਹੀ ਵੀ ਕੋਈ ਗੱਲ ਹੈ ਨਹੀਂ, ਬਸ ਮਾੜੀ ਮੋਟੀ ਬੋਲ ਚਾਲ ਹੈ। अच्छा, माड़ी मोटी जी बोल चाल है, पर बच के रही। अब माड़ी मोटी जी बोल चाल मरवाउंदी हुंदी आ कुड़ियां नूं। ओदी गली विच पैर की पाए जंगली हो गए। ਸਹੀ ਕਿਹਾ ਦੀਦੀ। ਨਾਲੇ ਵੈਸੇ ਵੀ ਜਦੋਂ ਆਪਾਂ ਇਹਨਾਂ ਚੱਕਰਾਂ 'ਚ ਪੈਣਾ ਹੀ ਨਹੀਂ, ਫਿਰ ਆਪਾਂ ਨੂੰ ਕੀ ਲੈਣਾ? ਨਹੀਂ ਯਾਰ, ਇਦਾਂ ਦੀ ਕੋਈ ਗੱਲ ਨਹੀਂ ਹੈਗੀ, ਤੁਸੀਂ ਤਾਂ ਐਵੇਂ ਮੇਰੇ ਪਿੱਛੇ ਪੈ ਗਈਆਂ। ਹਾਂ ਸੱਚ ਦੀਦੀ, ਤੁਸੀਂ ਐਮਫਿਲ ਵਿੱਚੋਂ ਤੁਹਾਡੀ ਕਲਾਸ ਵਿੱਚ ਕਿੱਦਾਂ ਦੇ ਮੁੰਡੇ? ਜਿਹੋ ਜੇ ਮਰਜ਼ੀ ਹੋਣ ਯਾਰ, ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ। ਇੱਥੇ ਨਿੱਤ ਨਵੇਂ ਤੁਰੇ ਫਿਰਦੇ ਨੇ, ਆਉਂਦੇ ਨੇ ਤੇ ਮੂੰਹ ਜਿਹਾ ਲਟਕਾ ਕੇ ਤੁਰ ਜਾਂਦੇ ਨੇ। ਹਾਂ ਸੱਚ ਦੀਦੀ, ਸਾਡੀ ਕਲਾਸ ਦੀ ਕੁੜੀਆਂ ਵੀ ਗੱਲਾਂ ਕਰਦੀਆਂ ਸੀ ਬਈ ਐਮਫਿਲ ਵਾਲੀ ਰਣਜੋਤ ਮੁੰਡਿਆਂ ਦੀ ਬਹੁਤ ਬੇਇੱਜ਼ਤੀ ਕਰਦੀ ਹੈ, ਥੱਪੜ ਵੀ ਮਾਰ ਦਿੰਦੀ ਹੈ ਕਈਆਂ ਦੇ। ਕਈ ਜਾਣਦੇ ਯਾਰ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਨਾਲੇ ਇੱਥੇ ਬਥੇਰੇ ਤੁਰੇ ਫਿਰਦੇ ਨੇ। ਪਰ ਦੀਦੀ ਤੁਸੀਂ ਏਦਾਂ ਕਰਦੇ ਕਿਉਂ? ਬਸ ਮੈਨੂੰ ਇਹ ਮੁੰਡੇ ਆਪਦੇ ਅੱਗੇ ਪਿੱਛੇ ਲਿਲਕੜੀਆਂ ਜਿਹਾ ਕੱਢਦੇ ਨਾ, ਵਧੀਆ ਲੱਗਦੇ ਨੇ। ਪਰ ਇਹਦੇ ਨਾਲ ਦੀਦੀ ਤੁਹਾਡੀ ਆਪਣੀ ਵੀ ਤਾਂ ਇਮੇਜ ਖਰਾਬ ਹੁੰਦੀ ਹੈ। ਇਮੇਜ? ਕਿਹੜੀ ਇਮੇਜ ਰਾਜ? ਕੀ ਹੁੰਦੀ ਹੈ ਇਮੇਜ? ਦੂਜਿਆਂ ਵੱਲੋਂ ਤੁਹਾਡੇ ਤੇ ਲਾਇਆ ਉਹ ਥੱਪਾ? ਨਾ ਨਾ ਨਾ, ਥੱਪਾ ਨਹੀਂ, ਧੱਬਾ, ਜੋ ਤੁਹਾਨੂੰ ਆਪਣੀ ਕੈਦ 'ਚ ਲੈ ਲੈਂਦਾ, ਨਾਲੇ ਸੰਗਲਾਂ ਵਾਂਗੂ ਜਕੜ ਲੈਂਦਾ, ਜੀਣ ਵੀ ਨਹੀਂ ਦਿੰਦਾ। ਇਮੇਜ
ਨਾਲੇ ਜਦ ਮੁੰਡੇ ਕੁੜੀਆਂ ਨਾਲ ਇੰਨਾ ਕੁਝ ਕਰ ਸਕਦੇ ਨੇ ਫਿਰ ਮੈਂ ਕਿਉਂ ਨਾ। ਦੀਦੀ ਹੋ ਸਕਦਾ ਤੁਸੀਂ ਠੀਕ ਹੋਵੋ, ਪਰ ਆਪਾਂ ਇੱਕ ਸਮਾਜ 'ਚ ਰਹਿੰਦੇ ਆ। बड़ी शिद्दत से बनाया था हमने अपनी इमेज को, लेकिन धोखा तो तब हुआ जब हम किसी के गुलाम हो गए। ਪਰ ਦੀਦੀ ਏਦਾਂ ਵੀ ਠੀਕ ਨਹੀਂ, ਕਈ ਮੁੰਡੇ ਤਾਂ ਤੁਹਾਡੇ ਪਿੱਛੇ ਸੀਰੀਅਸ ਹੋ ਜਾਂਦੇ ਹੋਣੇ ਆ। ਹੋ ਹੀ ਜਾਣ ਫਿਰ, ਮੈਂ ਕਿਹੜਾ ਕਹਿਨੀ ਆ, ਆਪੇ ਹੀ ਆਉਂਦੇ ਨੇ, ਆਪੇ ਹੀ ਮੂੰਹ ਜਿਹਾ ਲਟਕਾ ਕੇ ਤੁਰ ਜਾਂਦੇ ਨੇ। ਨਾਲੇ ਇੱਥੇ ਕੋਈ ਪਿਆਰ ਪੂਰਾ ਵਾਲਾ ਨਹੀਂ ਹੁੰਦਾ, ਸਾਰੇ ਗੱਡੀ ਨੂੰ ਦੇਖ ਕੇ ਪੂੰਛ ਹਿਲਾਉਂਦੇ ਨੇ। ਨਹੀਂ ਦੀਦੀ, ਸਾਰੇ ਮੁੰਡੇ ਇੱਕੋ ਜਿਹੇ ਥੋੜੀ ਨਾ ਹੁੰਦੇ ਆ, ਕਈ ਵਿੱਚ ਪਿਆਰ ਕਰਨ ਵਾਲੇ ਵੀ ਤਾਂ ਹੁੰਦੇ ਆ। ਬੜੀ ਤਾਲੀਮ ਹਿੰਸਕ ਹੈ ਜੋ ਸਰਕਸ ਤੇ ਜਨੌਰਾਂ ਦੀ, ਖੁਸ਼ੀ 'ਚ ਰੁਤਬਾ ਦੇਤਾ ਕਿ ਸਾਊ ਘਰ ਦੀਆਂ ਕੁੜੀਆਂ। ਉਹ ਨਹੀਂ ਮੇਰੀਏ ਭੈਣੇ, ਤੂੰ ਹਜੇ ਨਵੀਂ ਨਵੀਂ ਆਈ ਆ ਇੱਥੇ, ਹੌਲੀ ਹੌਲੀ ਸਭ ਸਮਝ ਆ ਜਾਊਗੀ। ਨਾਲੇ ਸੌਣਾ ਨਹੀਂ ਹੁਣ, ਰਾਤ ਕਿੰਨੀ ਹੋ ਗਈ ਹੈ, ਚਲੋ ਸੋਈਏ ਜਾ ਕੇ। ਨਾਲੇ ਨਿਸ਼ਾ, ਜੇ ਤੂੰ ਹੁਣ ਟਾਈਮ ਨਾਲ ਸੋਏਂਗੀ ਤਾਂ ਹੀ ਜਾ ਕੇ ਸਵੇਰੇ ਉਹ ਬੈਂਚ ਵਾਲੇ ਕੋਲ ਬੈਠੇਂਗੀ, ਨਹੀਂ ਕੋਈ ਹੋਰ ਬੈਠ ਜੂ। ਰਾਜ ਚੱਲ ਯਾਰ, ਕਲਾਸ ਦਾ ਟਾਈਮ ਹੋ ਗਿਆ। ਦੀਦੀ ਨੇ ਤਾਂ ਲਾਇਬ੍ਰੇਰੀ ਜਾਣਾ, ਆਪਾਂ ਤਾਂ ਕਲਾਸ ਲਾਉਣੀ ਆ ਜਾ ਕੇ। ਤੂੰ ਚੱਲ ਨੀਚੇ, ਮੈਂ ਆਉਣੀ ਆ। ਉਹ ਚੱਲਦੇ ਆ ਯਾਰ, ਮੈਂ ਛੱਡ ਦੂੰਗੀ ਤੁਹਾਨੂੰ ਡਿਪਾਰਟਮੈਂਟ, ਫਿਰ ਚਲੀ ਜਾਊਂਗੀ ਲਾਇਬ੍ਰੇਰੀ। ਦੀਦੀ ਫਿਰ ਜਲਦੀ ਕਰੋ। ਚੱਲ ਚੱਲਦੇ ਆ, ਦੇਖ ਕਿੰਨੀ ਕਾਲੀ ਪਈ ਆ ਇਹਨੂੰ ਬੈਂਚ ਵਾਲੇ ਨਾਲ ਬੈਠਣ ਦੀ। ਬਸ ਇਸੇ ਤਰ੍ਹਾਂ ਦੀ ਸੀ ਸਾਡੀ ਨਿਸ਼ਾ ਤੇ ਰਣਜੋਤ। ਪਹਿਲਾਂ ਤਾਂ ਰਣਜੋਤ ਦੀਦੀ ਮੈਨੂੰ ਵੀ ਬੜੇ ਅਜੀਬ ਜਿਹੇ ਸੁਭਾਅ ਦੇ ਲੱਗੇ, ਤੇ ਮੇਰੀਆਂ ਨਜ਼ਰਾਂ 'ਚ ਵੀ ਉਹੀ ਇਮੇਜ ਬਣੀ ਜੋ ਤੁਹਾਡੀਆਂ 'ਚ ਬਣੀ ਹੈ। ਪਰ ਹੌਲੀ ਹੌਲੀ ਇਹ ਇਮੇਜ ਬਦਲਦੀ ਗਈ। ਦੀਦੀ ਦਾ ਇਹ ਸੁਭਾਅ ਸਿਰਫ ਮੁੰਡਿਆਂ ਦੇ ਲਈ ਹੀ ਸੀ, ਪਰ ਹੋਸਟਲ ਦੇ ਵਿੱਚ ਕਈ ਗਰੀਬ ਘਰ ਦੀਆਂ ਕੁੜੀਆਂ ਦੇ ਲਈ ਤਾਂ ਬਹੁਤ ਹੈਲਪਫੁਲ ਸੀ, ਖਾਸ ਕਰਕੇ ਮੇਰੇ ਲਈ। ਇੱਕ ਗਰੀਬ ਜੱਟ ਪਰਿਵਾਰ 'ਚੋਂ ਹੋਣ ਕਰਕੇ ਜੇ ਕਦੇ ਮੈਂ ਕਾਲਜ ਦੀ ਫੀਸ ਜਾਂ ਰੂਮ ਰੈਂਟ ਨੂੰ ਲੈ ਕੇ ਕਦੇ ਉਦਾਸ ਹੋ ਜਾਣਾ, ਤਾਂ ਉਹਨਾਂ ਨੇ ਮੈਨੂੰ ਬਿਨਾਂ ਕੁਝ ਪੁੱਛੇ ਦੱਸੇ ਮੇਰੀ ਫੀਸ ਜਾਂ ਰੂਮ ਦਾ ਰੈਂਟ ਭਰ ਦੇਣਾ। ਤੇ ਜਦੋਂ ਬਾਅਦ 'ਚ ਮੈਨੂੰ ਪਤਾ ਲੱਗਣਾ ਕਿ ਮੇਰਾ ਬਿੱਲ ਕਿਸਨੇ ਭਰ ਦਿੱਤਾ, ਤਾਂ ਮੇਰਾ ਸਿਰ ਆਪਣੇ ਆਪ ਦੀਦੀ ਅੱਗੇ ਝੁਕ ਜਾਂਦਾ ਸੀ। ਤੇ ਨਿਸ਼ਾ, ਉਹ ਹਮੇਸ਼ਾ ਹੀ ਪਿਆਰ ਮੁਹੱਬਤ ਦੀਆਂ ਗੱਲਾਂ ਕਰਦੀ ਰਹਿੰਦੀ ਤੇ ਇਸ਼ਕ ਮੁਸ਼ਕ ਦੀਆਂ ਬਾਤਾਂ ਪਾਉਂਦੀ ਰਹਿੰਦੀ ਸੀ, ਤੇ ਮੈਂ ਅਜਿਹਾ ਨਹੀਂ ਸੀ ਕਿ ਮੈਂ ਇਹਨਾਂ ਗੱਲਾਂ ਤੋਂ ਬਿਲਕੁਲ ਹੀ ਕੋਰੀ ਸੀ। ਸਾਡੀ ਕਲਾਸ 'ਚ ਇੱਕ ਮੁੰਡਾ ਸੀ, ਹਰਮਨ, ਜੋ ਉਂਝ ਤਾਂ ਬਹੁਤ ਸੂਝਵਾਨ ਸੀ ਤੇ ਪੜ੍ਹਨ ਲਿਖਣ ਨੂੰ ਵੀ ਚੰਗਾ ਸੀ, ਪਰ ਮੈਨੂੰ ਉਹਦੀ ਇੱਕ ਆਦਤ ਨਹੀਂ ਚੰਗੀ ਲੱਗਦੀ ਸੀ। ਉਹ ਮੇਰੇ ਤੋਂ ਇੱਕ ਦੋ ਬੈਂਚ ਛੱਡ ਕੇ ਬੈਠਦਾ ਸੀ, ਸਾਰਾ ਦਿਨ ਚੁੱਪ ਜੀ ਨਿਗਾਹ ਨਾਲ ਮੈਨੂੰ ਦੇਖਦਾ ਰਹਿੰਦਾ, ਨਾ ਕੁਝ ਕਹਿੰਦਾ ਤੇ ਨਾ ਹੀ ਕੋਈ ਹਰਕਤ ਕਰਦਾ। ਇਹ ਸਭ ਮੈਨੂੰ ਚੰਗਾ ਨਹੀਂ ਸੀ ਲੱਗਦਾ, ਪਰ ਮੈਂ ਉਸਨੂੰ ਕੁਝ ਕਹਿੰਦੀ ਤਾਂ ਨਾ, ਜਾਂ ਤਾਂ ਆਪਣਾ ਮੂੰਹ ਫੇਰ ਲੈਂਦੀ ਜਾਂ ਫਿਰ ਪੜ੍ਹਾਈ 'ਚ ਲੱਗ ਜਾਂਦੀ। ਸਾਡੀ ਇਸ ਗੱਲ ਦੀ ਕਿਸੇ ਤੀਜੇ ਅਨੁਸਾਰ ਨਹੀਂ ਸੀ, ਨਾ ਹੀ ਨਿਸ਼ਾ ਤੇ ਦੀਦੀ ਨੂੰ। ਅਸੀਂ ਤਾਂ ਆਪਣੀ ਮਸਤੀ 'ਚ ਖੋਈਆਂ ਰਹਿੰਦੀਆਂ ਤੇ ਨਿਸ਼ਾ ਦੀਆਂ ਦਿਨ ਭਰ ਦੀਆਂ ਇਕੱਠੀਆਂ ਕੀਤੀਆਂ ਖਬਰਾਂ ਸੁਣਦੀਆਂ ਰਹਿੰਦੀਆਂ। ਦੀ ਤੁਹਾਡੇ ਵੇਲੇ ਵੀ ਇੰਨੀਆਂ ਕਲਾਸਾਂ ਲੱਗਦੀਆਂ ਸੀ ਸਾਰਾ ਦਿਨ? ਕਿਉਂ ਐਨੀ ਛੇਤੀ ਅੱਕ ਗਈ? ਹੋਰ ਦੀਦੀ, ਅੱਕਣਾ ਹੀ ਆ, ਸਾਰਾ ਦਿਨ ਕਲਾਸਾਂ, ਨਾ ਕਿਸੇ ਨਾਲ ਹੱਸਣ ਖੇਡਣ ਦਾ ਮੌਕਾ, ਨਾ ਗੱਲ ਕਰਨ ਦਾ। ਕਿਉਂ ਬੈਂਚ ਵਾਲਾ ਤਾਂ ਨਾਲ ਹੀ ਬੈਠਾ ਹੁੰਦਾ, ਮਾਰੀ ਜਾਇਆ ਕਰੋ ਉਹਦੇ ਨਾਲ ਗੱਲਾਂ। ਦੀਦੀ ਤੁਸੀਂ ਵੀ ਨਾ, ਬਸ ਮੈਂ ਉਹਦੀ ਥੋੜੀ ਨਾ ਗੱਲ ਕਰ ਰਹੀ ਹਾਂ। ਨਾਲੇ ਦੀਦੀ ਹੁਣ ਗੱਲ ਕੱਲੀ ਬੈਂਚ ਤੱਕ ਨਹੀਂ ਰਹੀ, ਹੁਣ ਤਾਂ ਸਾਡੀ ਨਿਸ਼ਾ ਰਾਣੀ ਕੈਂਟੀਨ ਵੀ ਉਹਦੇ ਨਾਲ ਜਾਂਦੀ ਹੈ, ਸਾਹ ਨਹੀਂ ਲੈਂਦੀ ਉਹਦੇ ਬਿਨਾਂ। ਨਿਸ਼ਾ, ਕੀ ਰਾਜ ਸੱਚ ਕਹਿ ਰਹੀ ਹੈ? ਕੀ ਚੱਕਰ ਹੈ ਸਭ? ਸਾਰੀ ਗੱਲ ਦੱਸ ਮੈਨੂੰ। ਘੁੰਗਟ ਚੱਕ ਓਏ ਸੱਜਣਾ, ਹੁਣ ਸ਼ਰਮਾ ਕਾਹਤੋਂ ਰੱਖੀਆਂ ਨੇ? ਨਹੀਂ ਦੀਦੀ, ਇਦਾਂ ਦੀ ਕੋਈ ਗੱਲ ਨਹੀਂ,
ਵਾਹ ਨਹੀਂ ਮਿੱਠੀਏ ਮਾਸੀਏ, ਦੀਦੀ ਵੀ ਕਹਿਨੀ ਹੈ ਤੇ ਝੂਠ ਵੀ ਬੋਲਦੀ ਹੈ। ਨਹੀਂ ਦੀਦੀ, ਉਹ ਤਾਂ ਵਿਕਰਮ ਨੇ ਪਿਛਲੇ ਹਫਤੇ ਪ੍ਰਪੋਜ਼ ਕੀਤਾ ਸੀ। ਪ੍ਰਪੋਜ਼? ਫੇਰ ਕੀ ਕਿਹਾ ਤੂੰ? ਮੈਂ ਕੀ ਕਹਿਣਾ ਸੀ ਦੀ, ਮੈਨੂੰ ਤਾਂ ਆਪ ਉਹ ਚੰਗਾ ਲੱਗਦਾ, ਮੈਂ ਹਾਂ ਕਰਤੀ। ਨਿਸ਼ਾ, ਮੈਂ ਤੈਨੂੰ ਬਾਰ-ਬਾਰ ਕਹਿੰਨੀ ਆ, ਇਹ ਪਿਆਰ ਵਿਆਰ ਦੇ ਚੱਕਰਾਂ 'ਚ ਨਾ ਪੈ। ਇਹ ਸਾਰੇ ਮੁੰਡੇ ਇੱਕੋ ਤਰ੍ਹਾਂ ਦੇ ਹੁੰਦੇ ਨੇ, ਕੱਚਾ ਪੱਕਾ ਤਾਂ ਟਟੋਲ ਲੈਂਦੀ ਇੱਕੋ ਦਮ ਹੀ। ਪਛਤਾਏਂਗੀ। ਨਹੀਂ ਦੀਦੀ, ਉਹ ਇਦਾਂ ਦਾ ਮੁੰਡਾ ਨਹੀਂ, ਉਹ ਬਹੁਤ ਚੰਗਾ ਮੁੰਡਾ ਹੈ। ਉਹ ਆਪਣੀ ਕੋਈ ਗੱਲ ਨਹੀਂ ਲੁਕਾਉਂਦਾ ਮੇਰੇ ਤੋਂ, ਮੈਂ ਤਾਂ ਬਲਕਿ ਉਹਦੇ ਦੋਸਤਾਂ ਨੂੰ ਵੀ ਜਾਣਦੀ ਆ। ਨਿਸ਼ਾ, ਇੱਥੇ ਚੰਗਾ ਚੁੰਗਾ ਕੋਈ ਨਹੀਂ, ਸਭ ਨਕਾਬ ਨੇ ਬਸ। ਕਿਸੇ ਦਾ ਪਹਿਲਾਂ ਲੈ ਜਾਂਦਾ ਹੈ, ਕਿਸੇ ਦਾ ਬਾਅਦ ਚੋਂ। ਤੂੰ ਨਿਆਣੀ ਹੈ ਹਾਲੇ, ਤੈਨੂੰ ਪਤਾ ਨਹੀਂ। ਪਤਾ ਹੈ ਦੀਦੀ, ਮੈਨੂੰ ਉਹਦੇ ਬਾਰੇ ਸਭ ਕੁਝ ਪਤਾ ਹੈ। ਮੈਨੂੰ ਕੁਝ ਨਹੀਂ ਹੁੰਦਾ, ਤੁਸੀਂ ਐਵੇਂ ਟੈਨਸ਼ਨ ਨਾ ਲਓ। ਲੋ ਵੇਖ ਲਓ, ਵਿਕਰਮ ਦਾ ਹੀ ਫੋਨ ਆ ਗਿਆ, ਮੈਂ ਹੁਣੇ ਆਈ ਦੀ। ਵੈਸੇ ਹੀ ਮੁੰਡਾ ਹੈ ਕੌਣ, ਕਿੰਨਾ ਦਾ ਏ? ਸ਼ਾਇਦ ਦੀਦੀ ਐਸੀ ਹੈ। ਆਪ ਤਾਂ ਇਹ ਬਾਣੀਆਂ ਦੀ ਹੈ, ਇਹਨਾਂ ਦੀ ਕਾਸਟ ਦਾ ਚੱਕਰ ਨਹੀਂ ਪਊ। ਚੱਲ ਦੀਦੀ, ਕਾਸਟ ਨੂੰ ਕੀ ਹੁੰਦਾ? ਕਾਸਟ ਨੂੰ ਕੀ ਹੁੰਦਾ? ਆਪਣੇ ਦੇਸ਼ 'ਚ ਕਾਸਟ ਤੋਂ ਵੱਡਾ ਸਿਆਪਾ ਹੋਰ ਕੋਈ ਹੈ? ਚੱਲ ਦੀਦੀ, ਇਹ ਤਾਂ ਬਾਅਦ ਦੀ ਗੱਲ ਹੈ, ਪਰ ਮੈਨੂੰ ਉਹ ਮੁੰਡਾ ਕੁਝ ਠੀਕ ਜਾ ਨਹੀਂ ਲੱਗਦਾ। ਕਿਉਂ, ਕੀ ਗੱਲ ਹੋ ਗਈ? ਪਤਾ ਨਹੀਂ ਦੀਦੀ, ਅਜੀਬ ਜੀ ਝਾਕਣੀ ਆ ਉਹਦੀ। ਆ ਮੁੰਡੇ ਤਾਂ ਸਾਰੇ ਇੱਕੋ ਜਿਹੇ ਹੁੰਦੇ ਆ, ਕੁੜੀਆਂ ਵੱਲ ਤਾਂ ਐਵੇਂ ਝਾਕਣਗੇ ਜਿਵੇਂ ਕੋਈ ਜਾਨਵਰ ਹੁੰਦਾ। ਆ ਸਾਡੀ ਐਮਫਿਲ 'ਚ ਵੀ ਹੈਗੇ ਨੇ 2-4 ਇਹੋ ਜਿਹੇ, ਮੇਰੇ ਤੋਂ ਤਾਂ ਲਾਪਾਜੀ ਕਰਵਾ ਕੇ ਨਾ ਮੁੜ ਕੇ ਨਹੀਂ ਕੁਸ ਕੇ। ਸੱਚ ਦੀਦੀ, ਤੁਹਾਡਾ PhD 'ਚ ਗਾਈਡ ਕੌਣ ਹੋਊਗਾ? ਕੀਤੀ ਹੈ ਕਿਸੇ ਨਾਲ ਗੱਲ? ਕਹਿੰਦੇ ਇਹ ਵੀ ਬਹੁਤ ਵੱਡਾ ਪੰਗਾ ਹੁੰਦਾ। ਇਹ ਪੰਗਾ ਤਾਂ ਮੁੰਡਿਆਂ ਲਈ ਹੁੰਦਾ, ਕੁੜੀਆਂ ਨੂੰ ਤਾਂ ਗਾਈਡ ਗੂਈਡ ਜੇ ਮਿਲ ਹੀ ਜਾਂਦੇ ਨੇ। ਕਿਉਂ, ਐਦਾਂ ਕਿਉਂ? ਆਪਾਂ ਪੰਛੀਆਂ ਨੂੰ ਚੋਗਾ ਕਿਉਂ ਪਾਉਂਦੇ ਆ? ਤਾਂ ਕਿ ਉਹ ਸਾਡੇ ਨੇੜੇ ਆਉਣ। ਬਸ ਫਿਰ ਜਦੋਂ ਇਹ ਜੀਵ ਤੇ ਪਰ ਕੱਟ ਕੇ ਕੁਝ ਚੋਗ ਦਿੰਦੇ ਨੇ, ਪਰਿੰਦੇ ਦੇ ਹਜ਼ਾਰਾਂ ਚਾਅ ਪਲਾਂ ਵਿੱਚ ਡੋਬ ਦਿੰਦੇ ਨੇ। ਖੈਰ, ਇਹ ਸਭ ਤੇਰੀ ਸਮਝ ਤੋਂ ਪਰੇ ਹੈ ਰਾਜ। ਸਮਾਂ ਆਉਣ ਤੇ ਤੈਨੂੰ ਵੀ ਸਭ ਪਤਾ ਚੱਲ ਜੂ। ਓ ਨਿਸ਼ਾ, ਬੱਸ ਕਰ ਯਾਰ, ਬਹੁਤ ਹੋ ਗਈਆਂ ਗੱਲਾਂ, ਆ ਜਾ ਹੁਣ। ਬਸ ਆਈ ਦੀਦੀ, 2 ਮਿੰਟ। ਉਹ 2 ਮਿੰਟ ਦੀ ਲੱਗਦੀ ਏ, ਘੰਟਾ ਹੋ ਗਿਆ ਤੈਨੂੰ ਲੱਗੀ ਨੂੰ। ਢਿੱਡ ਨਹੀਂ ਭਰਿਆ ਹਜੇ ਤੱਕ ਤੇਰਾ? ਓਕੇ ਬਾਏ ਬਾਏ, ਬਾਅਦ ਚ ਗੱਲ ਕਰਦੀ ਆ। ਤੇਰੇ ਕੰਨ ਨਹੀਂ ਦੁਖਣ ਲੱਗੇ ਹਜੇ ਤੱਕ? ਉਹ ਕਿੱਥੇ ਦੀਦੀ, ਇਸ ਇਸ਼ਕ ਵਿੱਚ 2 ਘੰਟੇ ਤਾਂ ਕੀ, ਬੰਦਾ 2 ਜਨਮ ਵੀ ਗੱਲ ਕਰੇ ਤਾਂ ਵੀ ਨਹੀਂ ਕੁਝ ਹੁੰਦਾ। ਹਾਏ, ਰੂਹ ਫੁੱਲਾਂ ਵਾਂਗੂ ਖਿਲੀ ਰਹਿੰਦੀ ਹੈ। ਓਹ ਵੱਡੀ ਹੀਰ ਸਲੇਟੀ, ਤੇਰੇ ਵਰਗੀ ਨਾ ਵਿਆਹ ਤੋਂ ਬਾਅਦ ਘਰ ਵਾਲੇ ਨੂੰ ਸੰਧਾਰਾ ਦੱਸਣ ਲੱਗ ਜਾਂਦੀ ਹੈ। ਓ ਮਾਈ ਗॉड, ਨਹੀਂ ਇੰਨੇ ਟਾਈਮ ਤੱਕ ਕੀ ਗੱਲਾਂ ਕਰੀ ਜਾਂਦਾ ਸੀ ਉਹ ਤੇਰੇ ਨਾਲ? ਨਹੀਂ ਦੀਦੀ, ਮੈਂ ਤਾਂ ਮਜ਼ਾਕ ਕਰ ਰਹੀ ਸੀ। ਵਿਕਰਮ ਨਾਲ ਤਾਂ ਪਹਿਲਾਂ ਗੱਲ ਹੋ ਰਹੀ ਸੀ, ਹੁਣ ਤਾਂ ਉਹਦੇ ਦੋਸਤ ਨਾਲ ਗੱਲ ਕਰ ਰਹੀ ਸੀ। ਤੂੰ ਉਹਦੇ ਦੋਸਤਾਂ ਨਾਲ ਵੀ ਗੱਲ ਕਰ ਲੈਂਦੀ ਹੈ? ਹਾਂ ਲੈ, ਇਹਦੇ ਵਿੱਚ ਕੀ ਹੈ? ਉਹਦੇ ਦੋਸਤ ਮੇਰੇ ਦੋਸਤ, ਉਹ ਆਪ ਹੀ ਗੱਲ ਕਰਵਾ ਦਿੰਦਾ ਹੈ। ਨਿਸ਼ਾ, ਮੈਨੂੰ ਇਹ ਮੁੰਡਾ ਠੀਕ ਨਹੀਂ ਲੱਗਦਾ, ਤੂੰ ਧਿਆਨ ਰੱਖੀ ਆਪਣਾ। ਨਿਸ਼ਾ ਦੀਦੀ ਠੀਕ ਕਹਿ ਰਹੇ ਨੇ। ਉਹ ਨਹੀਂ ਯਾਰ, ਇਦਾਂ ਦੀ ਕੋਈ ਗੱਲ ਨਹੀਂ ਹੈ, ਕੁਝ ਨਹੀਂ ਹੁੰਦਾ। ਚੱਲ ਮਰਜ਼ੀ ਹੈ ਤੇਰੀ, ਅਸੀਂ ਤਾਂ ਤੈਨੂੰ ਸਮਝਾ ਹੀ ਸਕਦੇ ਆ। ਉਹ ਨਹੀਂ ਦੀਦੀ, ਕੁਝ ਨਹੀਂ ਹੁੰਦਾ, ਤੁਸੀਂ ਫਿਕਰ ਨਾ ਕਰੋ। ਓਏ, ਅੱਜ ਤਾਂ ਸੰਡੇ ਹੈ, ਤੂੰ ਕਿੱਥੇ ਚੱਲੀ? ਦੀਦੀ ਮੈਂ ਵਿਕਰਮ ਨਾਲ ਮੂਵੀ ਦੇਖਣ ਚੱਲੀ ਸੀ। ਫਿਲਮ? ਕਿਹੜੀ ਫਿਲਮ? ਪਤਾ ਨਹੀਂ ਦੀਦੀ ਕਿਹੜੀ ਹੈ, ਮੈਨੂੰ ਤਾਂ ਫੋਨ ਆਇਆ ਸੀ, ਮੈਂ ਹਾਂ ਕਰਤੀ। ਚਲ ਠੀਕ ਹੈ ਫਿਰ, ਧਿਆਨ ਰੱਖੀ ਓਕੇ ਆਪਣਾ। ਦੀਦੀ, ਬਾਏ। ਬਾਏ।
ਰਾਜ ਹਾਂਜੀ ਦੀਦੀ। ਮੈਂ ਲਾइब्रेरी ਚੱਲੀ ਐ, ਜਾਣਾ ਹੈ? ਨਹੀਂ ਨਹੀਂ, ਤੁਸੀਂ ਜਾਓ। ਚੱਲ ਠੀਕ ਹੈ ਫਿਰ, ਧਿਆਨ ਰੱਖੀ ਆਪਣਾ। ਓਕੇ ਬਾਏ। ਓਕੇ ਬਾਏ। ਨਿਸ਼ਾ ਤਾਂ ਸਾਡੀ ਪੂਰੀ ਤਰ੍ਹਾਂ ਪਿਆਰ ਦੇ ਰੰਗ ਵਿੱਚ ਰੰਗੀ ਗਈ ਸੀ। ਕਈ ਵਾਰ ਤਾਂ ਉਹ ਵਿਕਰਮ ਨਾਲ ਬਾਹਰ ਘੁੰਮਣ ਫਿਰਨ ਜਾਂਦੀ ਤੇ ਕਦੇ-ਕਦੇ ਪੂਰਾ ਦਿਨ ਬਾਹਰ ਰਹਿੰਦੀ ਤੇ ਕਦੇ-ਕਦੇ ਤਾਂ ਰਾਤ ਨੂੰ ਵੀ ਚਲੀ ਜਾਂਦੀ ਸੀ। ਤੇ ਜੇ ਅਸੀਂ ਕੁਝ ਕਹਿੰਦੇ ਤਾਂ ਉਹ ਖਿਝ ਜਾਂਦੀ। ਤੇ ਰਣਜੋਤ ਦੀਦੀ, ਉਹਨਾਂ ਦਾ ਤਾਂ ਹਜੇ ਵੀ ਉਹੀ ਸੁਭਾਅ ਸੀ, ਮੁੰਡਿਆਂ ਲਈ ਨਫ਼ਰਤ ਵਾਲਾ। ਪਰ ਹੁਣ ਉਹ ਬਹੁਤਾ ਇਸ ਪਾਸੇ ਵੱਲ ਧਿਆਨ ਨਾ ਦਿੰਦੇ ਤੇ ਉਹਨਾਂ ਦਾ ਬਹੁਤਾ ਸਮਾਂ ਤਾਂ ਪੜ੍ਹਾਈ ਵਿੱਚ ਹੀ ਲੰਘ ਜਾਂਦਾ। ਤੇ ਮੈਂ ਤਾਂ ਹਜੇ ਵੀ ਉਹੋ ਜਿਹੀ ਹੀ ਸੀ। ਮੈਂ ਤੇ ਹਰਮਨ ਤਾਂ ਅੱਜ ਵੀ ਉਸੇ ਚੁੱਪ 'ਚ ਹੀ ਜਿਉਂਦੇ ਆ ਰਹੇ ਸੀ। ਪਰ ਮੈਨੂੰ ਹੁਣ ਉਸ ਦਾ ਇੰਜ ਦੇਖਣਾ ਬੁਰਾ ਨਹੀਂ ਸੀ ਲੱਗਦਾ, ਬਲਕਿ ਉਸ ਦੀਆਂ ਅੱਖਾਂ ਨਾਲ ਇੱਕ ਸਾਂਝ ਪੈ ਗਈ ਸੀ, ਅਜਿਹੀ ਸਾਂਝ ਜਿਸ ਦਾ ਕੋਈ ਨਾਂ ਨਹੀਂ ਸੀ। ਹੱਕ ਕਿਹੜੇ ਰੱਬ ਤੋਂ ਤੂੰ ਮੰਗਦੀ ਐ ਕੁੜੀਏ ਨੀ? ਮਰਦ ਨੇ ਹੈ ਸਿਰਜਿਆ ਤੈਨੂੰ, ਪਰਮਾਤਮਾ ਵੀ ਮਰਦ ਹੈ। ਉਹ ਰਾਜ, ਕਿਹੜੇ ਪਰਮਾਤਮਾ ਨੂੰ ਅਰਦਾਸਾਂ ਕਰੀ ਜਾਂਦੀ ਐ ਤੂੰ? ਉਹ ਨਹੀਂ ਦੀਦੀ, ਬਸ ਵੈਸੇ ਹੀ ਬੈਠੀ ਸੀ ਮੈਂ ਤਾਂ। ਅੱਛਾ, ਨਿਸ਼ਾ ਕਿੱਥੇ ਐ? ਪਤਾ ਨਹੀਂ ਦੀਦੀ, ਵਿਕਰਮ ਨਾਲ ਹੀ ਗਈ ਹੋਊ ਕਿਤੇ। ਇਸ ਕੁੜੀ ਦਾ ਵੀ ਸਰਿਆ ਹੀ ਪਿਆ, ਰੋਜ਼ ਉਹਦੇ ਨਾਲ ਤੁਰੀ ਰਹਿੰਦੀ ਐ। ਵਿਕਰਮ ਵਿਕਰਮ ਕਰਦੀ ਨੀ ਮੈਂ, ਆਪੇ ਵਿਕਰਮ ਹੋਈ। ਸੱਦੋ ਨੀ ਮੈਨੂੰ ਉਹਦੇ ਵਾਲੀ, ਹੋਰ ਨਾ ਆਖੋ ਕੋਈ। ਆ ਨਹੀਂ ਸਾਡੀ ਇਹ ਹੀਰ ਸਲੇਟੀ ਐ। ਅੱਜ ਕਿੱਧਰ ਘੁੰਮੇ ਆਈ? ਕੁਛ ਨਾ ਪੁੱਛੋ, ਮੈਂ ਜਾਣਾ ਜਾਂ ਤੱਤੜੀ ਦਾ ਉਹੀ ਜਾਣੇ। ਨਿਸ਼ਾ, ਐਵੇਂ ਰੋਜ਼-ਰੋਜ਼ ਉਹਦੇ ਨਾਲ ਹੋਟਲਾਂ 'ਚ ਫਿਰਨਾ ਚੰਗੀ ਗੱਲ ਨਹੀਂ। ਨਾਲੇ ਕੀ ਉਹ ਤੇਰੇ ਨਾਲ ਵਿਆਹ ਕਰਾਊਗਾ? ਹਾਂ, ਤਾਂ ਹੀ ਤਾਂ ਮੈਂ ਜੰਨੀ ਖੁਸ਼ ਹਾਂ। ਅੱਜ ਉਹਨੇ ਮੇਰੇ ਨਾਲ ਪੱਕਾ ਵਾਅਦਾ ਕੀਤਾ ਹੈ ਕਿ ਉਹ ਘਰੇ ਗੱਲ ਕਰੂਗਾ। ਤੇ ਤੇਰੇ ਘਰ ਦੇ ਮੰਨ ਜਾਣਗੇ? ਉਹਨਾਂ ਨੂੰ ਤਾਂ ਮੈਂ ਆਪ ਹੀ ਮਨਾ ਲੂ ਦੀਦੀ, ਬਸ ਇੱਕ ਵਾਰੀ ਮੇਰੀ ਉਹ ਬਾਂਹ ਤਾਂ ਫੜੇ। ਦੀਦੀ, ਮੈਨੂੰ ਨਹੀਂ ਲੱਗਦਾ ਕਿ ਉਹ ਇਹਦੇ ਨਾਲ ਵਿਆਹ ਕਰਾਊਗਾ। ਬਸ ਕਰ ਰਾਜ, ਤੂੰ ਹਮੇਸ਼ਾ ਪੁੱਠਾ ਹੀ ਬੋਲਦੀ ਹੈ। ਤੂੰ ਹਮੇਸ਼ਾ ਦੀਦੀ ਨੂੰ ਮੇਰੀਆਂ ਗੱਲਾਂ ਦੱਸਦੀ ਹੈ, ਕਦੇ ਆਪਦੀਆਂ ਦੱਸਦੀ ਹੈ। ਮੇਰੀ ਕਿਹੜੀ ਗੱਲ ਹੈ? ਓਹੋ, ਮੇਰੀ ਕਿਹੜੀ ਗੱਲ ਹੈ? ਉਹ ਜਿਹੜਾ ਗੱਡੀ ਵਾਲਾ ਰੋਜ਼ ਹੀ ਗੇੜੇ ਮਾਰਦਾ ਹੈ। ਗੱਡੀ ਵਾਲਾ? ਰਾਜ, ਕੀ ਮਸਲਾ ਹੈ? ਤੂੰ ਵੀ? ਉਹ ਨਹੀਂ ਦੀਦੀ, ਉਹ ਤਾਂ ਵੈਸੇ ਹੀ ਖੜਾ ਹੁੰਦਾ ਰਸਤੇ 'ਚ। ਵੈਸੇ ਹੀ ਖੜਾ ਹੁੰਦਾ ਹੈ? ਚਾਹੁੰਦਾ ਕੀ ਹੈ ਫਿਰ ਉਹ? ਪਤਾ ਨਹੀਂ ਦੀਦੀ, ਉਹਨੇ ਮੈਨੂੰ ਕਈ ਵਾਰ ਰਸਤੇ 'ਚ ਰੋਕ ਕੇ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ, ਪਰ ਮੈਂ ਨਹੀਂ ਕੀਤੀ। ਮੈਨੂੰ ਇਹ ਸਭ ਕੁਝ ਅਜੀਬ ਲੱਗਦਾ ਹੈ। ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ? ਪਰ ਉਹ ਹੈ ਕੌਣ ਹੈ ਤੇ ਇੱਥੇ ਕੀ ਕਰਨ ਆਉਂਦਾ ਹੈ? ਪਤਾ ਨਹੀਂ ਦੀਦੀ ਕੌਣ ਹੈ, ਬਾਕੀ ਮੁੰਡਿਆਂ ਵਾਂਗ ਹੀ ਹੋਊ, ਹੋਰ ਕੀ। ਇਹਨੂੰ ਨਹੀਂ ਪਤਾ ਦੀਦੀ ਉਹ ਕੌਣ ਹੈ, ਪਰ ਇਹਦੇ ਬਾਰੇ ਉਹ ਸਭ ਕੁਝ ਪਤਾ ਕਰੀ ਫਿਰਦਾ ਹੈ। ਇਸ ਵਾਰ ਤਾਂ ਸਮੈਸਟਰ ਦੀ ਫੀਸ ਵੀ ਉਹਨੇ ਆਪ ਭਰੀ ਹੈ ਇਹਦੀ। ਅੱਛਾ, ਤਾਂ ਆ ਗੱਲ ਹੈ। ਮੈਂ ਵੀ ਕਹਾਂ ਇਸ ਵਾਰੀ ਫੀਸ ਨੂੰ ਲੈ ਕੇ ਇਹਦਾ ਮੂੰਹ ਜਾ ਕਿਉਂ ਨਹੀਂ ਉੱਡਿਆ। ਹੋਰ ਦੀਦੀ, ਉਹ ਤਾਂ ਰੋਜ਼ ਕਾਲੀ ਗੱਡੀ ਲੈ ਕੇ ਖੜਾ ਹੁੰਦਾ ਹੈ, ਇਹੀ ਨਹੀਂ ਉਹਦੇ ਨਾਲ ਗੱਲ ਕਰਦੀ। ਅੱਛਾ, ਉਹੀ ਕਾਲੀ ਜੀ ਗੱਡੀ ਵਾਲਾ ਮੁੰਡਾ ਜਿਹੜਾ ਕਦੇ-ਕਦੇ ਸ਼ਾਮ ਨੂੰ ਇੱਥੇ ਫਿਰਦਾ ਹੁੰਦਾ ਹੈ। ਹਾਂ ਦੀਦੀ, ਉਹੀ। ਲੱਗਦਾ ਤਾਂ ਕਿਸੇ ਅਮੀਰਜ਼ਾਦੇ ਦੀ ਔਲਾਦ ਹੈ। ਮੇਰੇ ਖਿਆਲ ਨਾਲ ਹੈ ਵੀ ਮੁੰਡਾ ਜੱਟਾਂ ਦਾ। ਰਾਜ, ਤੂੰ ਇੱਕ ਵਾਰੀ ਗੱਲ ਤਾਂ ਕਰਕੇ ਦੇਖ ਉਹਦੇ ਨਾਲ ਕਿ ਉਹ ਚਾਹੁੰਦਾ ਕੀ ਹੈ। ਨਹੀਂ ਦੀਦੀ, ਮੈਨੂੰ ਨਾ ਇੰਨਾ ਅਮੀਰ ਮੁੰਡਿਆਂ ਤੋਂ ਡਰ ਹੀ ਲੱਗਦਾ। ਲੈ, ਡਰਨ ਨੂੰ ਕੀ ਹੈ? ਐਵੇਂ ਮੂੰਹ 'ਚ ਥੋੜੀ ਨਾ ਪਾ ਲੂਗਾ। ਨਾਲੇ ਦੀਦੀ ਕੀ ਪਤਾ ਉਹ ਇਹਦੇ ਸੋਹਣੇ ਹੋਣ ਦੇ ਕਾਰਨ ਇਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਹੋਵੇ। ਅਮੀਰ ਮੁੰਡਿਆਂ ਨੂੰ ਤਾਂ ਬਸ ਪੜ੍ਹੀ ਲਿਖੀ ਤੇ ਸੋਹਣੀ ਕੁੜੀ ਚਾਹੀਦੀ ਹੈ। ਉਹ ਮੁੰਡਾ ਚਾਹੇ ਅਮੀਰ ਹੋਵੇ ਜਾਂ ਗਰੀਬ, ਸਾਰੇ ਇੱਕੋ ਜਿਹੇ ਹੁੰਦੇ ਆ। ਉਹ ਵੈਸੇ ਉਹਦੀ ਗੱਲ ਸੁਣਨ 'ਚ ਹਰਜ ਵੀ ਨਹੀਂ, ਪਰ ਬਹੁਤਾ ਮੂੰਹ ਜਿਹਾ ਨਾ ਲਾਈ ਉਹਨੂੰ। ਉਹ ਨਹੀਂ ਦੀਦੀ, ਮੈਂ ਨਹੀਂ ਉਹਨੂੰ ਮੂੰਹ ਲਾਇਆ। ਸੋਚਿਆ ਤਾਂ ਮੈਂ ਵੀ ਸੀ ਉਹਦੇ ਬਾਰੇ, ਪਰ ਕਦੇ ਵਿਸ਼ਵਾਸ ਜਿਹਾ ਹੀ ਨਹੀਂ ਬਣਿਆ। ਪਰ ਨਿਸ਼ਾ ਤੇ ਦੀਦੀ ਦੇ ਕਹਿਣ ਤੇ ਮੈਂ ਉਹਦੀ ਗੱਲ ਸੁਣਨ ਲਈ ਤਿਆਰ ਹੋ ਗਈ। ਉਹਨੇ ਵੀ ਉਹੀ ਗੱਲ ਕਹੀ ਕਿ ਤੂੰ ਮੈਨੂੰ ਸੋਹਣੀ ਲੱਗਦੀ ਹੈ ਤੇ ਮੈਂ ਤੇਰੇ ਨਾਲ ਵਿਆਹ ਕਰਵਾਉਣਾ। ਪਹਿਲਾਂ ਤਾਂ ਮੈਨੂੰ ਉਹਦੀ ਕਿਸੇ ਗੱਲ ਤੇ ਯਕੀਨ ਨਾ ਹੋਇਆ,
ਪਰ ਜਦੋਂ ਹੌਲੀ-ਹੌਲੀ ਮੈਂ ਸੰਦੀਪ ਦੇ ਨੇੜੇ ਹੋਈ, ਹਾਂ ਉਹਦਾ ਨਾਮ ਸੰਦੀਪ ਸੀ, ਤੇ ਹੁਣ ਉਹ ਮੈਨੂੰ ਚੰਗਾ ਲੱਗਣ ਲੱਗਿਆ ਤੇ ਮੈਂ ਹੌਲੀ-ਹੌਲੀ ਉਹਦੇ ਨਾਲ ਜੁੜਦੀ ਗਈ। ਸਭ ਕੁਝ ਚੰਗਾ ਜਿਹਾ ਲੱਗਣ ਲੱਗ ਪਿਆ। ਮੈਂ ਹਮੇਸ਼ਾ ਖੁਸ਼ ਰਹਿਣ ਲੱਗ ਪਈ। ਪਰ ਇੱਕ ਗੱਲ ਸੀ ਜੋ ਮੈਨੂੰ ਹਮੇਸ਼ਾ ਦੁਖੀ ਕਰਦੀ ਸੀ। ਉਹ ਸੀ ਕਲਾਸ ਵਾਲੇ ਹਰਮਨ ਦੀ ਖਾਮੋਸ਼ੀ। ਜਿਵੇਂ-ਜਿਵੇਂ ਹਰਮਨ ਨੂੰ ਮੇਰੇ ਤੇ ਸੰਦੀਪ ਦੇ ਰਿਸ਼ਤੇ ਬਾਰੇ ਪਤਾ ਲੱਗਦਾ ਗਿਆ, ਉਹਦੀ ਜ਼ੁਬਾਨ ਦੇ ਨਾਲ ਉਹਦੀਆਂ ਅੱਖਾਂ ਵੀ ਖਾਮੋਸ਼ ਹੋ ਗਈਆਂ, ਜਿਨ੍ਹਾਂ ਵਿਚਲੀਆਂ ਪਤਾ ਨਹੀਂ ਕਿੰਨੀਆਂ ਕੁ ਗੱਲਾਂ ਮੈਂ ਪੜ੍ਹਨਾ ਸਿੱਖ ਗਈ ਸੀ, ਜਿਨ੍ਹਾਂ ਦੀ ਬੋਲੀ ਮੈਂ ਸਮਝਣ ਲੱਗ ਪਈ ਸੀ। ਪਰ ਸੰਦੀਪ ਦੇ ਪਿਆਰ ਨਾਲ ਸਭ ਕੁਝ ਹੀ ਬਦਲ ਗਿਆ। ਇੱਥੋਂ ਤੱਕ ਕਿ ਹਰਮਨ ਨੂੰ ਮੈਂ ਕਲਾਸ 'ਚ ਆਪ ਹੀ ਬੁਲਾਉਣਾ ਸ਼ੁਰੂ ਕਰ ਦਿੱਤਾ। ਪਰ ਕਦੇ ਵੀ ਹਰਮਨ ਨੇ ਮੇਰੇ ਤੇ ਸੰਦੀਪ ਦੇ ਰਿਸ਼ਤੇ ਨੂੰ ਲੈ ਕੇ ਕੋਈ ਗੱਲ ਨਾ ਕੀਤੀ ਤੇ ਨਾ ਹੀ ਕਦੇ ਆਪਣੇ ਅੰਦਰਲੇ ਹਾਲ ਬਾਰੇ ਕੁਝ ਦੱਸਿਆ। ਪਰ ਮੈਂ ਸਭ ਕੁਝ ਸਮਝਦੀ ਸੀ। ਇਸ ਤਰ੍ਹਾਂ ਉਸਦਾ ਇਹ ਖਾਮੋਸ਼ੀ ਵਾਲਾ ਪਿਆਰ ਮੇਰੇ ਲਈ ਇੱਕ ਸਤਿਕਾਰਯੋਗ ਦੋਸਤੀ 'ਚ ਬਦਲ ਗਿਆ। ਜਿੱਥੇ ਸੰਦੀਪ ਮੇਰੇ ਲਈ ਮੇਰੇ ਦਿਲ ਦਾ ਮਹਿਰਮ ਸੀ, ਉੱਥੇ ਹਰਮਨ ਮੇਰੀ ਰੂਹ ਦਾ ਰਾਜਦਾਰ ਬਣ ਗਿਆ, ਜਿਸ ਕੋਲ ਮੈਂ ਆਪਣੀ ਹਰ ਗੱਲ ਬਿਨਾਂ ਝਿਜਕ ਦੇ ਕਰ ਲੈਂਦੀ ਸੀ। ਇਸ ਤਰ੍ਹਾਂ ਸਭ ਕੁਝ ਵਧੀਆ ਗੁਜ਼ਰ ਰਿਹਾ ਸੀ। ਨਿਸ਼ਾ ਵਿਕਰਮ ਨਾਲ ਖੁਸ਼ ਸੀ ਤੇ ਮੈਂ ਸੰਦੀਪ ਨਾਲ, ਤੇ ਦੀਦੀ ਤਾਂ ਜ਼ਿਆਦਾਤਰ ਪੜ੍ਹਾਈ ਵਿੱਚ ਹੀ ਵਿਅਸਤ ਰਹਿੰਦੇ ਸੀ। ਰਾਜ ਤੂੰ ਅੱਜ ਡਿਪਾਰਟਮੈਂਟ ਨਹੀਂ ਗਈ? ਨਹੀਂ। ਤੈਨੂੰ ਪਤਾ ਅੱਜ ਕਾਲਜ ਵਿੱਚ ਕਿੰਨੀ ਵੱਡੀ ਦੁਰਘਟਨਾ ਵਾਪਰ ਗਈ? ਕੀ ਹੋਇਆ? ਦੀਦੀ ਨੇ ਲਾਲ ਸਰ ਦੇ ਥੱਪੜ ਮਾਰਿਆ। ਕਿਉਂ? ਕੀ ਗੱਲ ਹੋ ਗਈ ਸੀ? ਪਤਾ ਨਹੀਂ, ਦੀਦੀ ਲਾਲ ਸਰ ਦੇ ਕਮਰੇ 'ਚ ਬੈਠੇ ਸੀ, ਫਿਰ ਪਤਾ ਨਹੀਂ ਕੀ ਹੋਇਆ, ਦੀਦੀ ਸਰ ਨੂੰ ਉੱਚੀ ਉੱਚੀ ਬੋਲਣ ਲੱਗ ਪਏ, ਫਿਰ ਸਰ ਵੀ ਬੋਲਣ ਲੱਗ ਪਏ, ਫਿਰ ਸਰ ਗੁੱਸੇ ਵਿੱਚ ਬਾਹਰ ਨੂੰ ਚਲੇ ਗਏ ਤੇ ਦੀਦੀ ਵੀ। ਸਾਨੂੰ ਤਾਂ ਬਾਅਦ 'ਚ ਪਤਾ ਚੱਲਿਆ ਦੀਦੀ ਨੇ ਲਾਲ ਸਰ ਦੇ ਥੱਪੜ ਮਾਰਿਆ। ਪਰ ਹੁਣ ਦੀਦੀ ਕਿੱਥੇ ਹੈ? ਪਤਾ ਨਹੀਂ, ਮੈਨੂੰ ਤਾਂ ਡਰ ਲੱਗ ਰਿਹਾ, ਉਹਨਾਂ ਦਾ ਵੀ ਫੋਨ ਨਹੀਂ ਲੱਗ ਰਿਹਾ। ਯਾਰ ਇਹ ਤਾਂ ਬਹੁਤ ਵੱਡੀ ਗੱਲ ਹੋ ਗਈ। ਦੀਦੀ ਦਾ ਕਿਸੇ ਮੁੰਡੇ ਦੇ ਥੱਪੜ ਮਾਰਨਾ ਤਾਂ ਠੀਕ ਸੀ, ਪਰ ਪ੍ਰੋਫੈਸਰ ਦੇ? ਹੋਰ ਮੈਂ ਤਾਂ ਆਪ ਹੈਰਾਨ ਹੋ ਗਈ, ਅੱਗੇ ਪਤਾ ਨਹੀਂ ਕੀ ਬਣੂਗਾ। चल ठीक है, ओके बाय। दीदी निशा की कह रही है कि आज डिपार्टमेंट होया की सी? होना की सी? ਉਹ ਸਾਲਾ ਹੈ ਹੀ ਐਸੇ ਕਾਬਿਲ। ਪਰ ਦੀਦੀ ਹੋਇਆ ਕੀ ਸੀ ਜਦੋਂ ਤੁਸੀਂ ਉਹਦੇ ਥੱਪੜ ਜੜਤਾ? ਉਹ ਯਾਰ ਮੈਂ ਉਹਦੇ ਕਮਰੇ 'ਚ ਬੈਠੀ ਨਾ ਆਪਣੇ ਟੌਪਿਕ ਬਾਰੇ ਡਿਸਕਸ ਕਰ ਰਹੀ ਸੀ। ਪਹਿਲਾਂ ਤਾਂ ਹੋਰ ਹੀ ਗੱਲਾਂ ਜੀਆਂ ਮਾਰੀ ਗਿਆ, ਫੇਰ ਗੱਲ ਕਰਦਾ ਕਰਦਾ ਟੇਬਲ ਦੇ ਹੇਠਾਂ ਦੀ ਮੇਰੇ ਪੈਰ ਤੇ ਪੈਰ ਲਾਉਣ ਲੱਗ ਗਿਆ। ਮੈਂ ਚੁੱਪ ਰਹੀ ਤੇ ਆਪਣਾ ਪੈਰ ਸਾਈਡ ਤੇ ਕਰ ਲਿਆ, ਪਰ ਉਹ ਫੇਰ ਨਾ ਹਟਿਆ। ਫੇਰ ਉਹੀ ਘਟੀਆ ਹਰਕਤਾਂ, ਫੇਰ ਮੇਰੇ ਨਾਲ ਉਹੀ ਬਕਵਾਸ ਦੀਆਂ ਗੱਲਾਂ ਲੱਗ ਗਿਆ ਕਰਨ। ਮੈਂ ਫੇਰ ਵੀ ਚੁੱਪ ਰਹੀ, ਸੋਚਿਆ ਆਪੇ ਹਟ ਜੂ, ਪਰ ਮੇਰੀ ਇਸ ਚੁੱਪੀ ਨੂੰ ਦੇਖ ਕੇ ਤਾਂ ਉਹਨੇ ਹੱਦ ਹੀ ਕਰਤੀ। ਗੱਲਾਂ ਕਰਦੇ ਕਰਦੇ ਨੇ ਮੇਰਾ ਹੱਥ ਫੜ ਲਿਆ। ਬਸ ਫੇਰ ਕੀ ਸੀ, ਮੈਨੂੰ ਆ ਗਿਆ ਗੁੱਸਾ ਤੇ ਮੈਂ ਉਹਦੇ ਥੱਪੜ ਜੜਤਾ। ਫਿਰ ਦੀਦੀ ਫਿਰ ਕੀ ਹੋਇਆ? ਹੋਣਾ ਕੀ ਸੀ, ਫਿਰ ਲੱਗ ਗਿਆ ਬਕਵਾਸ ਜੀ ਕਰ, ਮੈਂ ਆ ਕਰ ਦੂੰ, ਮੈਂ ਵਾਹ ਕਰ ਦੂੰ, ਤੇਰਾ ਕਰੀਅਰ ਬਰਬਾਦ ਕਰ ਦੂੰ। ਮੈਂ ਕਿਹਾ ਤੇ ਤੋਂ ਜੋ ਹੁੰਦਾ ਤੂੰ ਕਰ ਲੈ। ਮੈਂ ਕਿਹਾ ਤੇਰੇ ਜਿਹੇ ਘਟੀਆ ਬੰਦੇ ਨੂੰ ਗੁਰੂ ਕਹਿਣ ਨਾਲੋਂ ਨਾ ਘਰ ਬੈਠਣਾ ਜ਼ਿਆਦਾ ਪਸੰਦ ਕਰੂੰਗੀ। ਨਾਲੇ ਤੂੰ ਮੇਰਾ ਕਰੀਅਰ ਬਰਬਾਦ ਕਰਨੇ ਵਾਲਾ ਕੌਣ ਹੁੰਨਾ? ਆਪਣਾ ਕਰੀਅਰ ਤਾਂ ਮੈਂ ਆਪਣੇ ਦਮ ਤੇ ਬਣਾਉਂਗੀ। ਦੀਦੀ ਤੁਸੀਂ ਜੋ ਵੀ ਕੀਤਾ ਬਿਲਕੁਲ ਸਹੀ ਕੀਤਾ, ਉਹਦੇ ਨਾਲ ਐਦਾਂ ਹੀ ਹੋਣਾ ਚਾਹੀਦਾ ਸੀ। ਕਈ ਵਾਰ ਇਸ ਤਰ੍ਹਾਂ ਵੀ ਮਰਨਾ ਪਿਆ, ਖੋਖਲੇ ਸਿਰਾਂ ਨੂੰ ਵੀ ਸਲਾਮ ਕਰਨਾ ਪਿਆ। ਅਸਲ 'ਚ ਨਾ ਗਲਤੀ ਥੋੜੀ ਮੇਰੀ ਹੋ ਰਹਿ ਗਈ। ਜੇ ਮੈਂ ਉਹਨੂੰ ਉਸੇ ਦਿਨ ਰੋਕ ਦਿੰਦੀ ਨਾ ਜਿਸ ਦਿਨ ਲਾਇਬ੍ਰੇਰੀ 'ਚ ਉਹਨੇ ਮੇਰਾ ਪੈਰ ਦੱਬਿਆ ਸੀ, ਤਾਂ ਸ਼ਾਇਦ ਅੱਜ ਇੰਨਾ ਅੱਗੇ ਨਾ ਵੱਧਦਾ। ਮੈਂ ਇਹੋ ਜਿਹੇ ਪ੍ਰੋਫੈਸਰਾਂ ਬਾਰੇ ਨਾ ਪਹਿਲਾਂ ਤੋਂ ਹੀ ਕੁੜੀਆਂ ਤੋਂ ਸੁਣ ਰੱਖਿਆ, ਜੋ ਵਿਚਾਰੀਆਂ ਉੱਥੇ ਤਾਂ ਕੁਝ ਕਹਿ ਨਹੀਂ ਸਕਦੀਆਂ ਪਰ ਹੋਸਟਲ 'ਚ ਆ ਕੇ ਰੋਂਦੀਆਂ ਨੇ। ਫਿਰ ਪਰ ਮੈਂ ਸੋਚਿਆ ਹੋਇਆ ਸੀ ਜੇ ਮੇਰੇ ਨਾਲ ਇਹੋ ਜਿਹਾ ਕੁਝ ਹੋਇਆ ਨਾ, ਪਰ ਮੈਂ ਨਹੀਂ ਚੁੱਪ ਰਹਿਣਾ, ਮੈਂ ਤਾਂ ਸਬਕ ਸਿਖਾ ਕੇ ਹੀ ਰਹੂੰਗੀ, ਚਾਹੇ ਜੋ ਮਰਜ਼ੀ ਹੋ ਜਾਵੇ। ਫਿਰ ਤੂੰ ਕਹਿੰਦੀ ਸੀ ਨਾ ਕੁੜੀਆਂ ਨੂੰ ਗਾਈਡ ਇੰਨੇ ਸੌਖੇ ਕਿਉਂ ਮਿਲ ਜਾਂਦੇ ਨੇ? ਇਹੋ ਜਿਹੇ ਬੰਦਿਆਂ ਕਰਕੇ, ਜਿਨ੍ਹਾਂ ਨਾਲ ਹੋਰ ਵੀ ਕਈ ਚੰਗੇ ਪ੍ਰੋਫੈਸਰ ਬਦਨਾਮ ਹੋ ਜਾਂਦੇ ਨੇ। ਸਹੀ ਗੱਲ ਹੈ ਦੀਦੀ, ਚਿੱਕੜ ਚੋਂ ਨਿਕਲਿਆ ਇੱਕ ਡੰਗਰ ਸਭ ਤੇ ਛਿੱਟੇ ਪਾ ਦਿੰਦਾ ਹੈ। ਨਾਲੇ ਦੀਦੀ ਜਦੋਂ ਲਾਲ ਸਰ ਕਮਰੇ ਚੋਂ ਨਿਕਲੇ ਸੀ ਨਾ, ਉਹਨਾਂ ਦਾ ਬੁੱਥਾ ਵੀ ਲਾਲ ਹੀ ਸੀ। ਲਾਲ ਕਰੀ ਜਾਂਦਾ ਸੀ, ਕਰਵਾ ਕੇ ਆਇਆ ਸੀ ਮੇਰੇ ਤੋਂ ਲਾਲ। ਉਹ ਵੀ ਆਪਣੀਆਂ ਗੰਦੀਆਂ ਹਰਕਤਾਂ ਕਰਕੇ। ਸਾਲਾ। ਨਾਲੇ ਛੱਡੋ ਯਾਰ, ਇਹ ਤਾਂ ਸਭ ਚੱਲਦਾ ਹੀ ਰਹਿੰਦਾ, ਦੇਖੀ ਜਾਊ ਕੀ ਹੋਊਗਾ। ਤੁਸੀਂ ਆਪਣੀ ਸੁਣਾਓ, ਕਿਵੇਂ ਚੱਲਦੀ ਹੈ ਤੁਹਾਡੀ ਕਹਾਣੀ? ਨਿਸ਼ਾ, ਨਾਲੇ ਕੀ ਕਹਿੰਦਾ ਤੇਰਾ ਉਹ ਬੈਂਚ ਵਾਲਾ? ਕਹਿਣਾ ਤਾਂ ਕੀ ਹੈ ਦੀਦੀ, ਬਸ ਲੜਦਾ ਬਹੁਤ ਹੈ। ਤੇ ਵਿਆਹ ਬਾਰੇ ਕੀ ਕਹਿੰਦਾ?
ਕਹਿੰਦਾ ਪੇਪਰਾਂ ਤੋਂ ਬਾਅਦ ਘਰਦਿਆਂ ਨਾਲ ਗੱਲ ਕਰਾਂਗਾ। ਮੈਨੂੰ ਨਹੀਂ ਲੱਗਦਾ ਕਿ ਉਹ ਗੱਲ-ਗੁੱਲ ਕਰੂ ਕੋਈ। ਚਲੋ ਦੇਖੀ ਜਾਓ। ਰਾਜ ਤੇਰੀ ਗੱਲ ਹੁੰਦੀ ਹੈ ਸੰਦੀਪ ਨਾਲ? ਹਾਂ ਦੀਦੀ, ਗੱਲ ਤਾਂ ਹੁੰਦੀ ਹੈ, ਪਰ ਕੀ? ਦੀਦੀ ਉਹ ਗੁੱਸੇ ਹੈ ਮੇਰੇ ਨਾਲ। ਕਹਿੰਦਾ ਤੂੰ ਮੇਰੇ ਲਈ ਟਾਈਮ ਨਹੀਂ ਕੱਢਦੀ, ਨਾ ਤੂੰ ਮੇਰੇ ਨਾਲ ਕਿਤੇ ਘੁੰਮਣ ਗਈ ਹੈ। ਚੱਲ ਫਿਰ ਜਾ ਆਇਆ ਕਰ ਕਦੇ ਨਾ ਕਦੇ ਤਾਂ, ਪਰ ਖਿਆਲ ਰੱਖੀ ਗੱਲ ਘੁੰਮਣ ਫਿਰਨ ਤੱਕ ਹੀ ਰਹੇ। ਬਹੁਤਾ ਵਿਸ਼ਵਾਸ ਨਹੀਂ ਕਰੀਦਾ ਇਹਨਾਂ ਮੁੰਡਿਆਂ ਤੇ। ਠੀਕ ਹੈ ਦੀਦੀ। ਚਲੋ ਯਾਰ, ਹੁਣ ਤਾਂ ਮੈਂ ਚੱਲੀ ਖਾਣਾ ਖਾਣ। ਜੇ ਤੁਸੀਂ ਜਾਣਾ ਤਾਂ ਚਲੋ, ਚੱਲਦੇ ਆਂ ਫਿਰ ਇਕੱਠੇ। ਹਾਂ ਦੀਦੀ, ਦੀਦੀ ਅਸੀਂ ਵੀ ਅਸੀਂ ਵੀ ਚੱਲਦੇ ਚੱਲਦੇ ਹਾਂ। ਦੀਦੀ ਦਾ ਇਹ ਰੂਪ ਦੇਖ ਕੇ ਤਾਂ ਮੈਂ ਹੈਰਾਨ ਹੀ ਰਹਿ ਗਈ ਸੀ। ਕਿਵੇਂ ਉਹਨਾਂ ਨੇ ਬੇਬਾਕ ਹੋ ਕੇ ਇੱਕ ਪ੍ਰੋਫੈਸਰ ਦੇ ਥੱਪੜ ਜੜ ਦਿੱਤਾ, ਕਿਵੇਂ ਲਾਲ ਸਰ ਦਾ ਮੂੰਹ ਉਹਨਾਂ ਨੇ ਲਾਲ ਹੀ ਕਰ ਦਿੱਤਾ। ਇਹੋ ਜਿਹੇ ਲੋਕਾਂ ਲਈ ਤਾਂ ਦੀਦੀ ਨੀਰੀ ਅੱਗ ਹੀ ਸੀ, ਤੇ ਸਾਡੇ ਲਈ ਇੱਕ ਵੱਡੀ ਭੈਣ ਤੋਂ ਵੱਧ ਕੇ। ਅਸਲ 'ਚ ਉਹਨਾਂ ਨੂੰ ਦੀਦੀ ਜ਼ੁਬਾਨ ਤੋਂ ਹੀ ਨਹੀਂ ਬਲਕਿ ਦਿਲੋਂ ਕਹਿਣ ਨੂੰ ਜੀ ਕਰਦਾ ਸੀ। ਉਸ ਦਿਨ ਦੇ ਥੱਪੜ ਵਾਲੀ ਘਟਨਾ ਪੂਰੀ ਯੂਨੀਵਰਸਿਟੀ ਵਿੱਚ ਅੱਗ ਵਾਂਗੂ ਫੈਲ ਗਈ ਤੇ ਲਾਲ ਸਰ ਸਾਰੇ ਇਲਜ਼ਾਮ ਦੀਦੀ ਤੇ ਲਾਉਣ ਲੱਗੇ ਤੇ ਕਰੈਕਟਰਲੈਸ ਹੋਣ ਦਾ ਇਲਜ਼ਾਮ ਵੀ ਲਾ ਦਿੱਤਾ। ਪਰ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਦੀਦੀ ਦੇ ਹੱਕ ਵਿੱਚ ਜਾ ਖੜੀਆਂ। ਮਾਰਚ ਨਿਕਲੇ, ਧਰਨੇ ਲੱਗੇ ਤੇ ਲਾਲ ਸਰ ਦਾ ਵਿਰੋਧ ਹੋਣ ਲੱਗਿਆ ਤੇ ਯੂਨੀਵਰਸਿਟੀ ਵਿੱਚ ਲਾਲ ਸਰ ਦਾ ਬਹੁਤ ਵਿਰੋਧ ਹੋਇਆ। ਦੀਦੀ ਦੇ ਮੰਮੀ ਨੂੰ ਪਤਾ ਲੱਗਿਆ ਤਾਂ ਉਹ ਵੀ ਆਪਣੀ ਕੁੜੀ ਦੇ ਹੱਕ ਵਿੱਚ ਆਣ ਖੜੇ ਹੋਏ। ਤਾਂ ਕਿਤੇ ਜਾ ਕੇ ਮਾਮਲਾ ਸ਼ਾਂਤ ਹੋਇਆ ਤੇ ਦੀਦੀ ਨੂੰ ਸਾਡੇ ਡਿਪਾਰਟਮੈਂਟ ਦੇ ਇੱਕ ਪ੍ਰੋਫੈਸਰ ਨੇ ਆਪਣੀ ਨਿਗਰਾਨੀ ਵਿੱਚ ਐਮਫਿਲ ਕਰਵਾਈ। ਇਸ ਘਟਨਾ ਦਾ ਅਜਿਹਾ ਅਸਰ ਪਿਆ ਕਿ ਮੁੜ ਕੇ ਯੂਨੀਵਰਸਿਟੀ ਵਿੱਚ ਅਜਿਹੀ ਕੋਈ ਘਟਨਾ ਨਾ ਵਾਪਰੀ। ਸਗੋਂ ਹੋਰ ਬਹੁਤ ਸਾਰੀਆਂ ਕੁੜੀਆਂ ਜੋ ਅਜਿਹੇ ਸ਼ੋਸ਼ਣ ਕਰਕੇ ਮਾਨਸਿਕ ਤਣਾਅ ਵਿੱਚ ਚਲੀਆਂ ਗਈਆਂ ਸੀ, ਉਹਨਾਂ ਨੂੰ ਨਜ਼ਾਤ ਮਿਲੀ। ਇਸ ਤਰ੍ਹਾਂ ਜ਼ਿੰਦਗੀ ਆਪਣੇ ਸਾਵੇਂ ਰਾਹ ਤੇ ਚੱਲਣ ਲੱਗੀ। ਅਸੀਂ ਵੀ ਆਪਣੀ ਐਮਏ ਦਾ ਪਹਿਲਾ ਸਾਲ ਪੂਰਾ ਕਰਕੇ ਦੂਜੇ ਸਾਲ ਵਿੱਚ ਦਾਖਲਾ ਲੈ ਲਿਆ ਤੇ ਮੇਰੀ ਫੀਸ ਨੂੰ ਲੈ ਕੇ ਕੋਈ ਵੀ ਸਮੱਸਿਆ ਕਦੇ ਸੰਦੀਪ ਨੇ ਨਾ ਆਉਣ ਦਿੱਤੀ। ਸਗੋਂ ਮੇਰੇ ਬਾਰ-ਬਾਰ ਮਨਾ ਕਰਨ ਤੇ ਵੀ ਹੋਰ ਵੀ ਬਹੁਤ ਸਾਰੇ ਗਿਫਟ ਮੈਨੂੰ ਲੈ ਕੇ ਦੇ ਦਿੰਦਾ। ਇਸ ਤਰ੍ਹਾਂ ਮੇਰੀਆਂ ਨਜ਼ਰਾਂ 'ਚ ਉਸਦਾ ਹੋਰ ਵੀ ਸਤਿਕਾਰ ਵਧਣ ਲੱਗਾ ਤੇ ਮੈਂ ਆਪਣੇ ਆਪ ਨੂੰ ਉਸਦੀ ਕਰਜ਼ਾਈ ਜੀ ਮਹਿਸੂਸ ਕਰਨ ਲੱਗ ਪਈ ਤੇ ਫਿਰ ਮੈਂ ਵੀ ਉਸਨੂੰ ਕਦੇ ਗੁੱਸੇ ਹੋਣ ਦਾ ਮੌਕਾ ਨਾ ਦਿੱਤਾ। ਅਸੀਂ ਦੋਵੇਂ ਬਹੁਤ ਖੁਸ਼ ਰਹਿਣ ਲੱਗੇ। ਇਸ ਤਰ੍ਹਾਂ ਸਾਡੀ ਤਿੰਨਾਂ ਸਹੇਲੀਆਂ ਦੀ ਜ਼ਿੰਦਗੀ ਚੰਗੀ ਗੁਜ਼ਰ ਰਹੀ ਸੀ। ਕੀ ਗੱਲ ਰਾਜ, ਬੜੀ ਚੁੱਪ ਜਿਹੀ ਆ? ਨਹੀਂ ਕੁਛ ਨਹੀਂ। ਨਾਲੇ ਉਹ ਆਪਣੀ ਹੀਰ ਸਲੇਟੀ ਕਿੱਥੇ ਹੈ? ਪਤਾ ਨਹੀਂ ਦੀਦੀ, ਉਹ ਤਾਂ ਸਵੇਰ ਦੀ ਗਈ ਹੋਈ ਆ, ਹੁਣ ਤੱਕ ਵਾਪਸ ਨਹੀਂ ਆਈ। ਇਹ ਕੁੜੀ ਤਾਂ ਹੀਰ ਸਲੇਟੀ ਨੂੰ ਵੀ ਮਾਤ ਪਾਊਗੀ। ਹੀਰ ਤਾਂ ਗਈ ਹੋਈ ਘੰਟੇ 2 ਘੰਟੇ ਬਾਅਦ ਮੁੜ ਵੀ ਆਉਂਦੀ ਸੀ, ਇਹ ਤਾਂ ਸਾਰਾ ਦਿਨ ਨਹੀਂ ਮੁੜਦੀ ਹੈਗੀ। ਨਾਲੇ ਦੀਦੀ ਹੀਰ ਤੇ ਰਾਂਝਾ ਤਾਂ ਵਿਚਾਰੇ ਡੰਗਰਾਂ ਵਾਲੇ ਵਾੜੇ 'ਚ ਹੀ ਬੜੇ ਰਹਿੰਦੇ ਹੋਣੇ। ਇਹ ਤਾਂ 3 ਸਟਾਰ ਹੋਟਲ ਤੋਂ ਘੱਟ ਗੱਲ ਨਹੀਂ ਕਰਦੀ। ਚੱਲ ਛੱਡ, ਆਪੇ ਆਜੂ। ਹੋਰ ਸੁਣਾ, ਤੂੰ ਕਿਵੇਂ ਉਦਾਸ ਜੀ ਬੈਠੀ ਐ? ਉਹ ਨਹੀਂ ਦੀਦੀ, ਮੈਂ ਤਾਂ ਵੈਸੇ ਹੀ ਬੈਠੀ ਸੀ। ਤੁਸੀਂ ਹੁਣ ਆਏ ਹੋ ਲਾਇਬ੍ਰੇਰੀ ਤੋਂ? ਹਾਂ ਯਾਰ, ਸਾਰਾ ਦਿਨ ਬਸ ਉੱਥੇ ਲੰਘ ਗਿਆ ਲਾਇਬ੍ਰੇਰੀ 'ਚ। ਹਾਂ ਸੱਚ ਦੀਦੀ, ਕਹਿੰਦੇ ਇਸ ਵਾਰ ਆਪਣੇ ਹੈੱਡ ਸਰ ਨੂੰ ਸਾਹਿਤਕ ਅਵਾਰਡ ਮਿਲਣਾ ਹੈ। ਰਾਜ, ਜੋ ਇਹ ਅਵਾਰਡ ਮਿਲਿਆ ਨਾ, ਸਭ ਢੋਂਗ ਹੈ। ਸਭ ਨੂੰ ਪਤਾ ਇੱਥੇ ਕੀ ਹੁੰਦਾ ਹੈ। ਨਿਸ਼ਾ ਕੀ ਹੋਇਆ? ਨਿਸ਼ਾ ਚੁੱਪ ਕਰ। ਚਲ ਆ ਉੱਥੇ ਜਾ, ਪਾਣੀ ਲੈ ਕੇ ਆ। ਪਾਣੀ ਪੀ ਲੈ, ਪਾਣੀ ਪੀ। ਕੀ ਹੋਇਆ ਨਿਸ਼ਾ? ਕੀ ਹੋਇਆ ਨਿਸ਼ਾ? ਨਿਸ਼ਾ ਕੀ ਹੋਇਆ? ਨਿਸ਼ਾ ਚੁੱਪ ਕਰ। ਕੀ ਹੋਇਆ ਨਿਸ਼ਾ? ਨਿਸ਼ਾ ਹੋਇਆ ਕੀ ਹੈ? ਤੂੰ ਕਿੱਥੇ ਗਈ ਸੀ? ਕਿੱਥੋਂ ਆਈ ਹੈ ਤੂੰ? ਦੀਦੀ, ਅੱਜ ਮੇਰੇ ਸਵੇਰੇ ਵਿਕਰਮ ਦਾ ਫੋਨ ਆਇਆ ਸੀ। ਕਹਿੰਦਾ ਅੱਜ ਆਪਾਂ ਸਿਟੀ ਘੁੰਮਣ ਜਾਣਾ ਹੈ। ਮੈਂ ਹਮੇਸ਼ਾ ਦੀ ਤਰ੍ਹਾਂ ਹਾਂ ਕਰਤੀ ਤੇ ਮੈਂ ਉਹਦੇ ਨਾਲ ਚਲੀ ਗਈ। ਉਹਦੇ ਕੋਲੇ ਅੱਜ ਉਹਦੇ ਦੋਸਤ ਦੀ ਗੱਡੀ ਸੀ ਤੇ ਮੈਂ ਖੁਸ਼ੀ-ਖੁਸ਼ੀ ਉਹਦੇ ਕੋਲ ਬੈ ਗਈ। ਬਸ ਚੁੱਪ ਕਰ। ਫੇਰ ਕੀ ਹੋਇਆ? ਫੇਰ ਦੀਦੀ ਅਸੀਂ ਸਿਟੀ ਚਲੇ ਗਏ। ਉੱਥੇ ਉਹਦੇ 3 ਦੋਸਤ ਵੀ ਮਿਲ ਗਏ ਜਿਨ੍ਹਾਂ ਨਾਲ ਮੈਂ ਫੋਨ ਤੇ ਗੱਲ ਕਰਦੀ ਹਾਂ।
ਅਸੀਂ ਸਾਰੇ ਰਲ ਕੇ ਇੰਜੋਏ ਕਰਨ ਲੱਗੇ। ਉਹਨਾਂ ਨੇ ਪਾਰਟੀ ਕੀਤੀ ਤੇ ਨਾਲੇ ਸਿਟੀ 'ਚ ਘੁੰਮਦੇ ਰਹੇ। ਫਿਰ ਉਹ ਮੈਨੂੰ ਤੇ ਵਿਕਰਮ ਨੂੰ ਕਿਸੇ ਹੋਟਲ ਦੇ ਬਾਹਰ ਉਤਾਰ ਕੇ ਆਪ ਚਲੇ ਗਏ ਤਿੰਨੋਂ। ਫਿਰ ਵਿਕਰਮ ਨੇ ਆਪਣੇ ਰੂਮ 'ਚ ਬੀਅਰ ਮੰਗਵਾ ਲਈ ਤੇ ਮੈਨੂੰ ਪਿਲਾਉਣ ਦੀ ਜ਼ਿੱਦ ਕਰਨ ਲੱਗਿਆ। ਮੈਂ ਉਹਦੀ ਜ਼ਿੱਦ ਤੇ ਮੰਨ ਵੀ ਗਈ ਤੇ ਅਸੀਂ ਦੋਨੇ ਖਾਣ ਪੀਣ ਲੱਗ ਪਏ। ਫਿਰ ਕੁਝ ਦੇਰ ਬਾਅਦ ਉਹ ਤਿੰਨੋਂ ਵੀ ਵਾਪਸ ਆ ਗਏ। ਪਹਿਲਾਂ ਤਾਂ ਅਸੀਂ ਗੱਲਾਂ ਕਰਦੇ ਰਹੇ, ਫਿਰ ਉਹ ਮੇਰੇ ਨਾਲ ਬਦਤਮੀਜ਼ੀਆਂ ਕਰਨ ਲੱਗੇ। ਪਰ ਵਿਕਰਮ ਨੇ ਉਹਨਾਂ ਨੂੰ ਕੁਝ ਨਹੀਂ ਕਿਹਾ। ਉਹ ਤਾਂ ਆਪ ਉਹਨਾਂ ਨਾਲ ਰਲਿਆ ਹੋਇਆ ਸੀ ਤੇ ਮੈਨੂੰ ਜਾਨਵਰਾਂ ਵਾਂਗੂ ਟੋਚਣ ਲੱਗਿਆ। ਫਿਰ ਤੈਨੂੰ ਇੱਥੇ ਨਹੀਂ ਆਉਣਾ ਚਾਹੀਦਾ ਸੀ, ਸਿੱਧਾ ਪੁਲਿਸ ਸਟੇਸ਼ਨ ਜਾਣਾ ਚਾਹੀਦਾ ਸੀ। ਪਰ ਹੁਣ ਤੂੰ ਦੇਖ, ਜੋ ਤੂੰ ਨਹੀਂ ਕਰ ਸਕੀ ਨਾ, ਹੁਣ ਮੈਂ ਕਰਦੀ ਹਾਂ। ਚੁੱਪ ਕਰ। ਨਾ ਦੀਦੀ ਨਾ, ਪਲੀਜ਼ ਰਹਿਣ ਦਿਓ ਦੀਦੀ, ਪੁਲਿਸ ਨੂੰ ਫੋਨ ਨਾ ਕਰਿਓ। ਮੈਂ ਬਰਬਾਦ ਹੋ ਜਾਊਂਗੀ, ਮੇਰੇ ਮਾਪੇ ਜਿਉਂਦੇ ਮਰ ਜਾਣਗੇ ਦੀਦੀ। ਬਰਬਾਦ ਤਾਂ ਤੂੰ ਹੁਣ ਹੋ ਹੀ ਗਈ ਹੈ, ਹੁਣ ਹੋਰ ਕੀ ਬਰਬਾਦ ਹੋਏਗੀ। ਪਰ ਮੈਂ ਉਹਨਾਂ ਦਰਿੰਦਿਆਂ ਨੂੰ ਨਹੀਂ ਛੱਡ ਸਕਦੀ। ਪਲੀਜ਼ ਦੀਦੀ, ਪਲੀਜ਼ ਨਾ ਕਰੋ। ਇਸੇ ਲਈ ਤੁਹਾਨੂੰ ਬਾਰ-ਬਾਰ ਕਹਿੰਦੀ ਸੀ ਇਹਨਾਂ ਮੁੰਡਿਆਂ ਤੇ ਭਰੋਸਾ ਨਾ ਕਰਿਆ ਕਰੋ। ਪਰ ਨਹੀਂ, ਤੂੰ ਮੇਰੀ ਇੱਕ ਨਹੀਂ ਸੁਣੀ ਹੈਗੀ। ਕਰਵਾ ਲਈ ਨਾ ਹੁਣ ਆਪਣੀ ਜ਼ਿੰਦਗੀ ਬਰਬਾਦ। ਇਹਨਾਂ ਸਾਲੇ ਮੁੰਡਿਆਂ ਦਾ ਕੀ ਜਾਂਦਾ ਹੈ? ਪਰ ਇਹ ਦਰਦ ਤਾਂ ਸਾਰੀ ਉਮਰ ਕੁੜੀਆਂ ਨੂੰ ਭੋਗਣਾ ਪੈਂਦਾ ਹੈ ਨਾ। ਇਸੇ ਲਈ ਮੈਨੂੰ ਇਹਨਾਂ ਮੁੰਡਿਆਂ ਤੋਂ ਨਫ਼ਰਤ ਹੈ। ਜੋ ਮੈਂ ਕਰਦੀ ਹਾਂ ਨਾ, ਇਹਨਾਂ ਲਈ ਤਾਂ ਉਹੀ ਠੀਕ ਹੈ। ਬਸ ਇਹਨਾਂ ਨੂੰ ਤਾਂ ਕੁੱਤੇ ਬਣਾ ਕੇ ਰੱਖੋ, ਲੇਲਕੜੀਆਂ ਕੱਢਦੇ ਕੁੱਤੇ। ਤੁਸੀਂ ਦੋਨੋਂ ਇੱਥੇ ਗਿਆਨ ਲੈਣ ਆਈਆਂ ਸੀ ਨਾ, ਲੱਗਦਾ ਅੱਖਾਂ ਗਵਾ ਕੇ ਜਾਓਗੀਆਂ। ਦੀਦੀ ਇਹ ਕੰਬੀ ਜਾਂਦੀ ਹੈ, ਇਹਨੂੰ ਬੁਖਾਰ ਵੀ ਬਹੁਤ ਹੈ, ਇਹਨੂੰ ਆਪਾਂ ਦਵਾਈ ਦਵਾ ਲਿਆਨੇ ਆ। ਚੱਲ ਚੁੱਪ ਕਰ, ਚੁੱਪ ਕਰ, ਚੱਲ ਖੜੀ ਹੋ। ਨਿਸ਼ਾ ਦੀ ਇਹ ਹਾਲਤ ਦੇਖ ਕੇ ਤਾਂ ਨਫ਼ਰਤ ਹੁੰਦੀ ਹੈ ਇਸ ਪਿਆਰ ਨਾਮ ਦੀ ਸ਼ੈ ਤੋਂ। ਇਹ ਹਸ਼ਰ ਹੁੰਦਾ ਹੈ ਪਿਆਰ ਦਾ। ਦੀਦੀ ਸੱਚ ਹੀ ਕਹਿੰਦੇ ਆ, ਇਹ ਮੁੰਡੇ ਤਾਂ ਲੇਲਕੜੀਆਂ ਕੱਢਦੇ ਹੀ ਚੰਗੇ ਲੱਗਦੇ ਆ। ਇੱਕ ਵਾਰ ਤਾਂ ਇਹ ਸਭ ਦੇਖ ਕੇ ਮੈਂ ਵੀ ਅੰਦਰੋਂ ਕੰਬ ਗਈ ਸੀ ਕਿ ਮੇਰਾ ਵੀ ਆਹੀ ਹਾਲ ਹੋਵੇਗਾ। ਮੈਂ ਵੀ ਤਾਂ ਜੁੜੀ ਹੋਈ ਹਾਂ ਕਿਸੇ ਨਾ ਕਿਸੇ ਤਰ੍ਹਾਂ। ਮੈਂ ਵੀ ਤਾਂ ਆਪਣਾ ਸਭ ਕੁਝ ਸੌਂਪ ਦਿੱਤਾ ਸੰਦੀਪ ਨੂੰ। ਬੇਸ਼ੱਕ ਇਸ ਗੱਲ ਦਾ ਪਰਦਾ ਮੈਂ ਦੀਦੀ ਤੋਂ ਰੱਖਿਆ ਹੋਵੇ, ਪਰ ਮੇਰੇ ਤੇ ਸੰਦੀਪ 'ਚ ਤਾਂ ਕੋਈ ਪਰਦਾ ਨਹੀਂ, ਕੋਈ ਵੀ ਅਜਿਹੀ ਹੱਦ ਨਹੀਂ ਜੋ ਲੰਘਣੀ ਰਹਿੰਦੀ ਹੋਵੇ। ਕਿ ਸੰਦੀਪ ਵੀ ਮੇਰੇ ਨਾਲ ਏਦਾਂ ਹੀ? ਇਹ ਸਭ ਕੁਝ ਸੋਚ ਕੇ ਤਾਂ ਮੇਰੇ ਰੌਂਗਟੇ ਹੀ ਖੜੇ ਹੋ ਜਾਂਦੇ ਆ। ਫਿਰ ਦੂਜੀ ਪਲ ਖਿਆਲ ਆਉਂਦਾ ਹੈ ਕਿ ਨਹੀਂ, ਸੰਦੀਪ ਤਾਂ ਮੈਨੂੰ ਆਪਣੀ ਜਾਨ ਤੋਂ ਵੀ ਵੱਧ ਕੇ ਰੱਖਦਾ ਹੈ। ਉਹ ਮੇਰੇ ਨਾਲ ਏਦਾਂ ਨਹੀਂ ਕਰ ਸਕਦਾ। ਨਾਲੇ ਉਹਨੇ ਤਾਂ ਮੇਰੇ ਬਾਰੇ ਕਦੇ ਕਿਸੇ ਨਾਲ ਗੱਲ ਵੀ ਨਹੀਂ ਕੀਤੀ, ਸਾਡੇ ਦੋਹਾਂ ਬਾਰੇ ਕਿਸੇ ਨੂੰ ਦੱਸਿਆ ਵੀ ਨਹੀਂ। ਮਿਲਾਣਾ ਤਾਂ ਬਹੁਤ ਦੂਰ ਦੀ ਗੱਲ ਹੈ। ਉਹਨੇ ਤਾਂ ਕਦੇ ਕਿਸੇ ਸਾਹਮਣੇ ਮੇਰੇ ਨਾਲ ਫੋਨ ਤੇ ਵੀ ਗੱਲ ਨਹੀਂ ਕੀਤੀ। ਪਰ ਦੂਜੇ ਹੀ ਪਲ ਖਿਆਲ ਆਉਂਦਾ ਹੈ ਕਿ ਇਹਨਾਂ ਮੁੰਡਿਆਂ ਦਾ ਬਦਲਦਿਆਂ ਪਤਾ ਨਹੀਂ ਲੱਗਦਾ। ਨਿਸ਼ਾ ਵੀ ਤਾਂ ਏਦਾਂ ਹੀ ਭਰੋਸਾ ਕਰਦੀ ਸੀ ਵਿਕਰਮ ਤੇ, ਜਿਵੇਂ ਮੈਂ ਕਰਦੀ ਹਾਂ ਸੰਦੀਪ ਤੇ। ਇਹ ਸਭ ਸੋਚ ਕੇ ਤਾਂ ਮੈਨੂੰ ਵੀ ਤਰੇਲੀਆਂ ਆਉਣ ਲੱਗ ਪਈਆਂ ਤੇ ਮੈਂ ਵੀ ਆਪਣੇ ਆਪ ਨੂੰ ਇਹ ਪਿਆਰ ਦੇ ਜੰਜਾਲ 'ਚ ਫਸਿਆ ਹੋਇਆ ਮਹਿਸੂਸ ਕਰਦੀ। ਜਦੋਂ ਸੋਚ ਕੇ ਥੱਕ ਜਾਂਦੀ ਤਾਂ ਸਿਰਫ ਇੱਕੋ ਸ਼ੈ ਸੀ ਜੋ ਮੈਨੂੰ ਜ਼ਿੰਦਗੀ ਨਾਲ ਜੋੜਦੀ। ਉਹ ਸੀ ਹਰਮਨ ਦੀਆਂ ਖਾਮੋਸ਼ ਅੱਖਾਂ, ਜਿਨ੍ਹਾਂ 'ਚ ਮੈਂ ਆਪਣੇ ਆਪ ਨੂੰ ਦੇਖ ਪਾਉਂਦੀ। ਉਹ ਹਰਮਨ ਹੀ ਸੀ ਜੋ ਮੈਨੂੰ ਟੁੱਟਣ ਤੋਂ ਬਚਾ ਲੈਂਦਾ ਸੀ। ਇੰਨਾ ਭਰੋਸਾ ਤਾਂ ਮੈਂ ਕਦੇ ਸੰਦੀਪ ਤੇ ਵੀ ਨਾ ਕਰ ਸਕੀ ਜਿੰਨਾ ਮੈਨੂੰ ਹਰਮਨ ਤੇ ਹੋ ਗਿਆ ਸੀ। ਬਸ ਇਹੀ ਸਭ ਸੋਚ ਕੇ ਮੈਂ ਜ਼ਿੰਦਗੀ ਜਿਉਣ ਲੱਗ ਪਈ। ਤੇ ਨਿਸ਼ਾ ਦੀ ਇਸ ਘਟਨਾ ਦੀ ਖਬਰ ਅਸੀਂ ਤਿੰਨਾਂ ਸਹੇਲੀਆਂ ਤੋਂ ਬਿਨਾਂ ਬਾਹਰ ਕਿਤੇ ਨਾ ਜਾਣ ਦਿੱਤੀ ਤੇ ਨਾ ਹੀ ਕੋਈ ਕਦਮ ਚੁੱਕਿਆ, ਜਿਵੇਂ ਕਿ ਰਣਜੋਤ ਦੀਦੀ ਚਾਹੁੰਦੇ ਸੀ। ਤੇ ਸਾਡੀ ਇਹ ਖਾਮੋਸ਼ੀ ਉਹਨਾਂ ਲਈ ਤਾਕਤ ਬਣ ਗਈ। ਉਹਨਾਂ ਵਿੱਚੋਂ ਇੱਕ ਦਾ ਬਾਪ ਰਾਜਨੀਤਿਕ ਦਲ ਦਾ ਲੀਡਰ ਸੀ। ਇਹੀ ਗੱਲ ਦਾ ਫਾਇਦਾ ਚੁੱਕ ਕੇ ਉਹਨਾਂ ਨੇ ਇਸ ਘਟਨਾ ਨੂੰ ਇੱਕ ਨਵਾਂ ਰੰਗ ਦਿੱਤਾ ਤੇ ਯੂਨੀਵਰਸਿਟੀ ਵਿੱਚ ਫੈਲਾ ਦਿੱਤਾ ਕਿ ਨਿਸ਼ਾ ਇੱਕ ਕਾਲ ਗਰਲ ਹੈ ਤੇ ਉਹ ਪੈਸੇ ਲੈ ਕੇ ਮੁੰਡਿਆਂ ਨਾਲ ਜਾਂਦੀ ਹੈ। ਇਹ ਰੰਗ ਐਸਾ ਸੀ ਜਿਸ ਦੀ ਬਦਨਾਮੀ ਦੇ ਛਿੱਟੇ ਕੱਲੀ ਨਿਸ਼ਾ ਦੀ ਚਿੱਟੀ ਰੂਹ ਤੇ ਹੀ ਪਏ। ਰਣਜੋਤ ਦੀਦੀ ਨੇ ਤਾਂ ਕਈ ਵਾਰ ਉਹਨਾਂ ਨੂੰ ਸਬਕ ਸਿਖਾਉਣਾ ਚਾਹਿਆ, ਪਰ ਨਿਸ਼ਾ ਹਰ ਵਾਰ ਆਪਣੇ ਮਾਪਿਆਂ ਦਾ ਵਾਸਤਾ ਦੇ ਕੇ ਹੱਥ ਜੋੜ ਦਿੰਦੀ ਤੇ ਰਣਜੋਤ ਦੀਦੀ ਸਬਰ ਦਾ ਘੁੱਟ ਭਰ ਲੈਂਦੇ। ਇਸ ਤਰ੍ਹਾਂ ਉਹਨਾਂ ਨੇ ਨਿਸ਼ਾ ਦਾ ਨਾਮ ਵੀ ਬਦਨਾਮ ਕੁੜੀਆਂ ਦੀ ਲਿਸਟ ਵਿੱਚ ਸ਼ਾਮਿਲ ਕਰ ਦਿੱਤਾ ਤੇ ਅਸੀਂ ਚੁੱਪ ਤੋਂ ਬਿਨਾਂ ਕੁਝ ਨਾ ਕਰ ਸਕੇ। ਨਿਸ਼ਾ ਯੂਨੀਵਰਸਿਟੀ ਵਿੱਚ ਤਾਂ ਰਹਿ ਰਹੀ ਸੀ,
ਪਰ ਇੱਕ ਜਿਉਂਦਾ ਲਾਸ਼ ਬਣ ਕੇ, ਜਿਵੇਂ ਉਹ ਹੱਸਣਾ ਖੇਡਣਾ ਤਾਂ ਭੁੱਲ ਹੀ ਗਈ ਹੋਵੇ। ਇਸ ਤਰ੍ਹਾਂ ਅਸੀਂ ਇਸ ਦਮ ਘੁੱਟੂ ਹਵਾ ਵਿੱਚ ਸਾਹ ਲੈ ਕੇ ਫਿਰ ਤੋਂ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰਨ ਲੱਗੇ ਤੇ ਨਿਸ਼ਾ ਨੂੰ ਵੀ ਵੱਧ ਤੋਂ ਵੱਧ ਖੁਸ਼ ਰੱਖਣ ਦੀ ਕੋਸ਼ਿਸ਼ ਕਰਨ ਲੱਗੇ। ਖਾਸ ਕਰਕੇ ਰਣਜੋਤ ਦੀਦੀ ਨੇ ਤਾਂ ਨਿਸ਼ਾ ਨੂੰ ਕਦੇ ਡੋਲਣ ਨਹੀਂ ਦਿੱਤਾ। ਹਮੇਸ਼ਾ ਆਪਣੀ ਉਦਾਹਰਨ ਦਿੰਦੇ ਕਿ ਦੇਖ ਲੋਕ ਮੈਨੂੰ ਕਿੰਨਾ ਕੁਝ ਕਹਿੰਦੇ ਐ, ਮੈਂ ਕਦੇ ਪਰਵਾਹ ਕੀਤੀ ਹੈ। ਸੱਚਮੁੱਚ ਉਹ ਸਿਰਫ ਦੀਦੀ ਹੀ ਸੀ ਜਿਨ੍ਹਾਂ ਨੇ ਸਾਨੂੰ ਬਚਾ ਰੱਖਿਆ ਸੀ। ਪਰ ਪੇਪਰਾਂ ਦੇ ਦਿਨਾਂ 'ਚ ਆ ਕੇ ਮੇਰੀ ਵੀ ਤਬੀਅਤ ਕੁਝ ਠੀਕ ਨਾ ਰਹਿਣ ਲੱਗੀ। ਸੰਦੀਪ ਪੂਰਾ ਖਿਆਲ ਰੱਖਦਾ ਤੇ ਵਾਰ-ਵਾਰ ਫੋਨ ਕਰਕੇ ਪੁੱਛਦਾ ਰਹਿੰਦਾ, ਪਰ ਮੈਨੂੰ ਬੁਰੇ-ਬੁਰੇ ਖਿਆਲ ਆਉਂਦੇ ਰਹਿੰਦੇ ਤੇ ਮੈਂ ਅੰਦਰੋਂ ਅੰਦਰ ਘੁੱਟਦੀ ਰਹਿੰਦੀ। ਰਾਜ ਹਾਂਜੀ ਦੀਦੀ। ਕੀ ਹੋਇਆ ਤੈਨੂੰ? ਠੀਕ ਤਾਂ ਹੈ? ਹਾਂਜੀ ਦੀਦੀ ਠੀਕ ਆ। ਰਾਜ ਕੀ ਹੋਇਆ? ਕੁਛ ਨਹੀਂ ਦੀਦੀ, ਤਬੀਅਤ ਠੀਕ ਨਹੀਂ। ਉਹ ਕਈ ਦਿਨਾਂ ਤੋਂ ਚੱਕਰ ਜੇ ਆ ਰਹੇ ਸੀ। ਤੂੰ ਦੱਸਿਆ ਕਿਉਂ ਨਹੀਂ? ਕੋਈ ਦਵਾਈ ਲਈ? ਨਹੀਂ ਦੀਦੀ, ਗੋਲੀ ਲੈ ਲਈ ਸੀ, ਮੈਨੂੰ ਲੱਗਿਆ ਠੀਕ ਹੋ ਜੂ। ਰਾਜ ਤੂੰ ਪਾਗਲ ਹੈ? ਦਵਾਈ ਤੋਂ ਬਿਨਾ ਕਿਵੇਂ ਠੀਕ ਹੋ ਜਾਏਗੀ? ਰਾਜ ਕੀ ਹੋ ਗਿਆ ਤੈਨੂੰ? ਹੋਣਾ ਕੀ ਹੈ, ਚੱਕਰ ਖਾ ਕੇ ਡਿੱਗੀ। ਕਹਿੰਦੀ ਕਈ ਦਿਨਾਂ ਤੋਂ ਆ ਰਹੇ ਨੇ ਤੇ ਇਸ ਮੈਡਮ ਨੇ ਦੱਸਣਾ ਤਾਂ ਦੂਰ ਦਵਾਈ ਤੱਕ ਨਹੀਂ ਲਈ। ਰਾਜ ਤੂੰ ਪਾਗਲ ਤਾਂ ਨਹੀਂ? ਦਵਾਈ ਕਿਉਂ ਨਹੀਂ ਲਈ? ਜੇ ਪੈਸੇ ਦੀ ਪ੍ਰੋਬਲਮ ਸੀ ਅਸੀਂ ਕਾਹਦੇ ਵਾਸਤੇ? ਦੱਸ ਕੀ ਹੋਇਆ ਤੈਨੂੰ? ਕੀ ਪਤਾ ਕਿਹੋ ਜੀ ਹੈ, ਸਾਰਾ ਦਿਨ ਅੰਦਰੋਂ ਅੰਦਰ ਘੁੱਟੀ ਜਾਂਦੀ ਹੈ, ਨਾ ਕੁਝ ਦੱਸੇ ਨਾ ਕੁਝ ਪੁੱਛੇ। ਚੱਲ ਨਿਸ਼ਾ ਤੂੰ ਇੱਥੇ ਰੁਕ, ਮੈਂ ਇਹਨੂੰ ਦਵਾਈ ਦਵਾ ਲਿਆਵਾਂ। ਠੀਕ ਹੈ ਦੀਦੀ, ਜੇ ਕਹੋ ਤੇ ਮੈਂ ਵੀ ਚੱਲਦੀ ਹਾਂ। ਨਹੀਂ ਨਹੀਂ ਤੂੰ ਰੂਮ 'ਚ ਰਹਿ, ਅਸੀਂ ਜਾਏ ਆਉਂਦੇ ਹਾਂ। ਹਾਂਜੀ ਹਾਂਜੀ ਮੰਮਾ। ਹੈਲੋ ਨਿਸ਼ਾ ਪੁੱਤ, ਠੀਕ ਹੈ ਤੂੰ? ਹਾਂਜੀ ਮੈਂ ਠੀਕ ਹਾਂ ਬਿਲਕੁਲ। ਮੈਨੂੰ ਤਾਂ ਕੁਝ ਪੁੱਤ ਠੀਕ ਨਹੀਂ ਲੱਗ ਰਿਹਾ ਸੀ। ਨਹੀਂ ਨਹੀਂ ਮੰਮਾ ਮੈਂ ਠੀਕ ਹੈ, ਤੁਹਾਨੂੰ ਉਦਾਂ ਹੀ ਲੱਗ ਰਿਹਾ। ਪੁੱਤ ਫਿਰ ਮੈਨੂੰ ਇੰਜ ਕਿਉਂ ਲੱਗ ਰਿਹਾ ਜਿਵੇਂ ਤੂੰ ਰੋ ਰਹੀ ਹੋਵੇਂ? ਉਹ ਤਾਂ ਜੀ ਤੁਹਾਡੇ ਨਾਲ ਕਿੰਨੇ ਦਿਨਾਂ ਬਾਅਦ ਗੱਲ ਹੋ ਰਹੀ ਹੈ ਨਾ, ਤਾਂ ਕਰਕੇ ਮਨ ਭਰਿਆ ਆ। ਤੁਸੀਂ ਦੱਸੋ ਤੁਸੀਂ ਠੀਕ ਆ? ਤੇ ਪਾਪਾ? ਆ ਲੈ ਪਾਪਾ ਨਾਲ ਗੱਲ ਕਰ ਲਾ। ਆ ਸੁਣਿਓ ਨਿਸ਼ਾ ਦਾ ਫੋਨ ਹੈ, ਆਇਓ। ਹੈਲੋ ਨਿਸ਼ਾ ਪੁੱਤ। ਪਾਪਾ? ਹਾਂ ਪੁੱਤ ਨਿਸ਼ੂ, ਕੀ ਕਰਦਾ ਸੀ? ਹੁਣ ਤਾਂ ਤੇਰੇ ਐਗਜ਼ਾਮ ਹੋਣੇ ਆ ਨਾ? ਹਾਂਜੀ ਪਾਪਾ ਹਾਂਜੀ, ਐਗਜ਼ਾਮ ਦੀ ਤਿਆਰੀ ਕਰ ਰਹੀ ਹਾਂ। ਮੈਂ ਐਗਜ਼ਾਮ ਦੇ ਕੇ ਘਰ ਆ ਜਾਵਾਂਗੀ। ਘਰ ਆ ਜਾਵਾਂਗੀ? ਕਿਉਂ, ਕੀ ਗੱਲ ਪੁੱਤ? ਅੱਗੇ ਨਹੀਂ ਪੜ੍ਹਨਾ ਤੂੰ? ਨਹੀਂ ਨਹੀਂ ਪਾਪਾ, ਹੁਣ ਮੈਂ ਹੋਰ ਅੱਗੇ ਨਹੀਂ ਪੜ੍ਹਨਾ। ਕਿਉਂ ਬੱਚੇ, ਕੋਈ ਗੱਲ ਹੋਈ ਹੈ? ਨਹੀਂ ਪਾਪਾ ਗੱਲ ਤਾਂ ਕੋਈ ਨਹੀਂ, ਬਟ ਇਸੇ ਮੇਰਾ ਮਨ ਨਹੀਂ ਲੱਗਦਾ। ਚੱਲ ਕੋਈ ਨਾ ਪੁੱਤ, ਸੋਚਦੇ ਆਂ, ਪਰ ਤੂੰ ਮਿਹਨਤ ਕਰ ਡਟ ਕੇ। ਜੀ ਪਾਪਾ ਮਿਹਨਤ ਤਾਂ ਕਰ ਰਹੀ ਹਾਂ। ਚੱਲ ਠੀਕ ਹੈ ਪੁੱਤ, ਆਪਣਾ ਖਿਆਲ ਰੱਖੀ। ਹਾਂਜੀ ਪਾਪਾ ਜੀ, ਓਕੇ ਬਾਏ। ਪਾਣੀ ਲੈ ਕੇ ਆਈ। ਡਾਕਟਰ ਕੀ ਕਹਿੰਦਾ ਦੀਦੀ? ਕੀ ਹੋਇਆ? ਹੋਣਾ ਕੀ ਹੈ, ਉਹ ਜਿੰਨ ਸੀ, ਉਹ ਸਿਰ ਉਡਾ ਕੇ ਲੈ ਗਏ। ਸਿਰ ਝੁਕਾਇਆ ਸੀ ਅਸੀਂ ਪਿਆਰ ਦੇ ਭੁਲੇਖੇ। ਇਹ ਪ੍ਰੈਗਨੈਂਟ ਹੈ। ਬਥੇਰਾ ਸਮਝਾਇਆ ਸੀ ਨਾ ਕਿ ਆਪਣੀ ਹੱਦਾਂ ਨਾ ਟੱਪੋ, ਪਰ ਤੁਸੀਂ ਤਾਂ ਅੰਨੀਆਂ ਸੀ ਪਿਆਰ 'ਚ। ਦੇਖ ਲਿਆ ਨਤੀਜਾ। ਪਰ ਦੀਦੀ ਸੰਦੀਪ ਨੂੰ ਤਾਂ ਪਤਾ ਹੋਣਾ ਇਸ ਗੱਲ ਦਾ। ਪਤਾ ਕਿਵੇਂ ਨਾ ਹੋਵੇ ਉਹਨੂੰ? ਉਹਦੀ ਤਾਂ ਕਰਤੂਤ ਹੈ। ਬੁਲਾ ਲਿਆ ਸੀ ਉਹਨੂੰ ਮੈਂ ਉੱਥੇ ਹਸਪੀਟਲ 'ਚ। ਕੰਬ ਤਾਂ ਉਹ ਵੀ ਗਿਆ ਸੀ ਇੱਕ ਵਾਰੀ ਸੁਣ ਕੇ। ਕਹਿੰਦਾ ਸੀ ਮੈਂ ਘਰ ਜਾ ਕੇ ਹੁਣੇ ਮੰਮੀ ਡੈਡੀ ਨਾਲ ਗੱਲ ਕਰਕੇ ਤੁਹਾਨੂੰ ਫੋਨ ਕਰਦਾ। ਪਹਿਲਾਂ ਅੱਖਾਂ ਫੁੱਟੀਆਂ ਸੀ ਉਹਦੀਆਂ, ਪਰ ਇਹਨੇ ਤਾਂ ਮੈਨੂੰ ਦੱਸਣਾ ਵੀ ਜ਼ਰੂਰੀ ਨਹੀਂ ਸਮਝਿਆ ਹੈਗਾ। ਪਰ ਦੀਦੀ ਹੁਣ ਕੀਤਾ ਕੀ ਜਾਵੇ, ਇਹ ਤਾਂ ਸੋਚੋ। ਕਰਨਾ ਕੀ ਹੈ? ਹੁਣ ਤਾਂ ਉਸੇ ਨੇ ਕਰਨਾ ਜੋ ਕੁਝ ਕਰਨਾ ਹੈ। ਨਾਲੇ ਸੋਚਣ ਦਾ ਟਾਈਮ ਹੁਣ ਸਾਡਾ ਨਹੀਂ, ਉਹਦਾ ਹੈ। ਆਪਣਾ ਟਾਈਮ ਤਾਂ ਤੁਸੀਂ ਗਵਾ ਚੁੱਕੀਆਂ। ਰਾਜ ਦੇ ਫੋਨ ਤੋਂ ਸੰਦੀਪ ਨੂੰ ਕਾਲ ਲਾ। ਦੀਦੀ ਚੱਕ ਨਹੀਂ ਰਿਹਾ। ਲੈ ਨੰਬਰ ਦੇ ਤੂੰ ਮੈਨੂੰ।
ਤੂੰ ਕਿਵੇਂ ਚੁੱਪ ਕਰਕੇ ਬਹਿ ਗਿਆ ਜਾ ਕੇ? ਲੈ ਮੈਂ ਹੁਣ ਕੀ ਕਰਾਂ? ਨਾਲੇ ਮੇਰੀ ਗੱਲ ਸੁਣ ਲਾ, ਮੈਂ ਨਹੀਂ ਵਿਆਹ ਵੀ ਕਰਾਉਣਾ ਰਾਜ ਨਾਲ। ਕੀ ਕਿਹਾ ਤੂੰ ਵਿਆਹ ਨਹੀਂ ਕਰਵਾ ਸਕਦਾ? ਤੁਸੀਂ ਮੇਰੀ ਗੱਲ ਸੁਣੋ, ਰਾਜ ਦਾ ਅਬੋਰਸ਼ਨ ਕਰਵਾ ਦਿਓ, ਜੋ ਵੀ ਖਰਚਾ ਹੋ ਮੈਂ ਤੁਹਾਨੂੰ ਦੇ ਦੂੰਗਾ। ਕੁੱਤਿਆ, ਤੂੰ ਮੇਰੀ ਭੈਣ ਦੀ ਜ਼ਿੰਦਗੀ ਬਰਬਾਦ ਕਰਕੇ ਹੁਣ ਪੈਸੇ ਦਿੰਨਾ? ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰ ਰਣਜੋਤ, ਮੈਂ ਕੀ ਕਰਾਂ? ਮੇਰੇ ਮਾਪੇ ਨਹੀਂ ਮੰਨਦੇ ਵਿਆਹ ਲਈ। ਤੇਰੇ ਮਾਪਿਓ ਤਾਂ ਛੱਡ, ਤੇਰਾ ਪੂਰਾ ਕੋੜਮਾ ਮੰਨੂ। ਜਦੋਂ ਮੈਂ ਤੁਹਾਨੂੰ ਘੜੀਸਦੀ ਹੋਈ ਜੇਲ੍ਹ ਤੱਕ ਲੈ ਕੇ ਗਈ, ਸਾਲਿਆ ਤੈਨੂੰ ਹੁਣ ਖਿਆਲ ਆਉਂਦਾ ਖਾਨਦਾਨ ਦਾ? ਜਦੋਂ ਉਹਦੀ ਜ਼ਿੰਦਗੀ ਬਰਬਾਦ ਕੀਤੀ ਸੀ ਉਦੋਂ ਨਹੀਂ ਖਿਆਲ ਆਇਆ ਤੈਨੂੰ? ਹੈਲੋ ਹੈਲੋ, ਸਾਲਾ ਫੋਨ ਕੱਟ ਗਿਆ। ਆਏ ਫੋਨ ਕੱਟ ਕੇ ਤੂੰ ਜਾਏਗਾ ਕਿੱਥੇ ਕੁੱਤਿਆ? ਦੇਖ ਲਿਆ ਤੁਹਾਡੇ ਪਿਆਰ ਦਾ ਨਤੀਜਾ? ਭੱਜ ਗਿਆ ਉਹ ਕੰਜਰੇ ਦੀ ਜ਼ਿੰਦਗੀ ਬਰਬਾਦ ਕਰਕੇ। ਤੇ ਹੁਣ ਸਟੇਜ ਵੀ ਇਹ ਜਿਹੀ ਕਿ ਅਬੋਰਸ਼ਨ ਵੀ ਨਹੀਂ ਹੋ ਸਕਦਾ। ਕਿਹਾ ਸੀ ਨਾ, ਜ਼ਿਆਦਾ ਭਰੋਸਾ ਨਾ ਕਰੋ ਇਹਨਾਂ ਕੁੱਤਿਆਂ ਤੇ। ਕਰ ਲਈ ਨਾ ਆਪਣੀ ਜ਼ਿੰਦਗੀ ਬਰਬਾਦ। ਦੀਦੀ ਬਸ ਕਰੋ, ਉਹਦੀ ਹਾਲਤ ਤਾਂ ਦੇਖ ਲਓ। ਤੁਹਾਡੇ ਅੰਦਰ ਦਿਲ ਹੈ ਕਿ ਪੱਥਰ? ਉਹ ਡਰ ਨਾਲ ਕੰਬੀ ਜਾ ਰਹੀ ਹੈ ਤੇ ਤੁਸੀਂ ਬਸ ਕਰੋ, ਹੁਣ ਬਹੁਤ ਹੋ ਗਿਆ। ਪਹਿਲਾਂ ਇਹਨੂੰ ਸੰਭਾਲ ਲਓ। ਦੀ ਤੁਸੀਂ ਕੀ ਜਾਣੋ ਪਿਆਰ 'ਚ ਮਿਲੇ ਧੋਖੇ ਨੂੰ? ਤੁਸੀਂ ਤਾਂ ਕਦੇ ਪਿਆਰ ਵੀ ਨਹੀਂ ਕੀਤਾ। ਤੁਹਾਡੇ ਲਈ ਤਾਂ ਸਭ ਖੇਡ ਹੀ ਹੈ। ਹਾਂ ਮੈਂ ਕੀ ਜਾਣਦੀ ਐ ਇਸ ਪਿਆਰ ਬਾਰੇ? ਮੇਰੇ ਅੰਦਰ ਤਾਂ ਦਿਲ ਹੀ ਨਹੀਂ, ਪੱਥਰ ਹੈ ਪੱਥਰ। ਹਾਂ ਪਰ ਤੁਸੀਂ ਕੀ ਜਾਣੋ ਇਸ ਸੀਨੇ 'ਚ ਕਿੰਨੇ ਕੁ ਵਾਲ ਨੇ? ਮੈਂ ਵੀ ਕਦੇ ਤੁਹਾਡੇ ਵਰਗੀ ਆਈ ਸੀ ਇੱਥੇ। ਮੇਰੇ ਵੀ ਲੱਖਾਂ ਅਰਮਾਨ ਸੀ। ਮੈਂ ਵੀ ਅੰਨੀ ਸੀ ਕਿਸੇ ਪਿੱਛੇ ਪਾਗਲ ਹੋ ਗਈ ਸੀ ਕਿਸੇ ਦੇ ਪਿਆਰ 'ਚ। ਆਪਣਾ ਤਨ ਮਨ ਧਨ ਸਭ ਕੁਝ ਸੌਂਪਤਾ ਸੀ ਉਹਨੂੰ ਮੈਂ, ਪਰ ਉਹਨੇ ਮੈਨੂੰ ਨੀਵੀਂ ਚਾਦੀ ਕਹਿ ਕੇ ਠੁਕਰਾਤਾ। ਤੇ ਪਤਾ ਨਹੀਂ ਮੇਰੇ ਕਿੰਨੇ ਕੁ ਅਸ਼ਲੀਲ ਐਮਐਮਐਸ ਬਣਾ ਕੇ ਨੈਟ ਤੇ ਪਾਤੇ। ਉਹਨੇ ਪੂਰੀ ਯੂਨੀਵਰਸਿਟੀ 'ਚ ਮੇਰੇ ਐਮਐਮਐਸ ਫੈਲਾਤੇ। ਜਣਾ ਖੜਾ ਆਪਣੇ ਫੋਨ ਤੇ ਐਮਐਮਐਸ ਲਾ ਕੇ ਪਤਾ ਨਹੀਂ ਮੈਨੂੰ ਕੀ ਬੋਲਦਾ ਰਹਿੰਦਾ ਸੀ। ਉਹ ਸਾਲਾ ਪ੍ਰੋਫੈਸਰ ਲਾਲ ਉਂਝ ਹੀ ਨਹੀਂ ਸੀ ਮੈਨੂੰ ਹੱਥ ਪਾਉਣ ਨੂੰ ਪਿਆ। ਇਸੇ ਕਰਕੇ ਸਾਰੇ ਮੈਨੂੰ ਬਦਨਾਮ ਕਹਿੰਦੇ ਨੇ। ਬਸ ਦੀਦੀ ਬਸ, ਸਾਨੂੰ ਪਤਾ ਲੱਗ ਗਿਆ ਕਿ ਤੁਹਾਡੇ ਅੰਦਰ ਇਹਨਾਂ ਮੁੰਡਿਆਂ ਲਈ ਇੰਨੀ ਨਫ਼ਰਤ ਕਿਉਂ ਭਰੀ ਹੋਈ ਹੈ। ਮੈਂ ਤਾਂ ਸੋਚਿਆ ਸੀ ਇਹ ਸਭ ਮੇਰੇ ਨਾਲ ਹੀ ਹੋਇਆ, ਪਰ ਜੇ ਤੁਹਾਨੂੰ ਕੋਈ ਚੰਗਾ ਸਾਥੀ ਮਿਲਦਾ ਤਾਂ ਮੇਰੇ ਕਰਕੇ ਠੁਕਰਾ ਨਾ ਦਿਓ। ਤਾਂ ਹੀ ਮੈਂ ਤੁਹਾਨੂੰ ਬਾਰ-ਬਾਰ ਕਹਿੰਦੀ ਰਹੀ ਕਿ ਇਹਨਾਂ ਤੇ ਜ਼ਿਆਦਾ ਭਰੋਸਾ ਨਾ ਕਰਿਓ। ਪਰ ਇੱਥੇ ਕੋਈ ਵੀ ਚੰਗਾ ਨਹੀਂ ਹੈ। ਨਫ਼ਰਤ ਹੋ ਗਈ ਹੈ ਮੈਨੂੰ ਇਸ ਮਰਦ ਜਾਤ ਨਾਲ। ਪਰ ਮੈਂ ਤੁਹਾਡੇ ਵਰਗੀ ਬੁਝਦਿਲ ਵੀ ਨਹੀਂ ਆ। ਮੈਂ ਬਦਲਾ ਲਿਆ ਸੀ, ਸੜ ਰਿਹਾ ਉਹ ਹੁਣ ਜੇਲ੍ਹ 'ਚ, ਤੇ ਛੱਡਾਂਗੀ ਹੁਣ ਮੈਂ ਇਹਨੂੰ ਵੀ ਨਹੀਂ। ਪਰ ਉਹਨਾਂ ਚਾਰਾਂ ਨੂੰ ਤਾਂ ਆਪਣੇ ਮਾਪਿਓ ਦਾ ਵਾਸਤਾ ਦੇ ਕੇ ਜਾਣ ਦਿੱਤਾ ਸੀ ਨਾ, ਪਰ ਇਹ ਨਹੀਂ ਹੁਣ ਬਚ ਸਕਦਾ। ਰਾਜ ਤੇਰੇ ਘਰੋਂ ਫੋਨ ਆ ਰਿਹਾ ਹੈ। ਇਹਦੇ ਤੋਂ ਗੱਲ ਨਹੀਂ ਹੋਣੀ, ਤੂੰ ਗੱਲ ਕਰ। ਹੈਲੋ ਕੌਣ? ਆਂਟੀ ਜੀ, ਮੈਂ ਰਾਜ ਦੀ ਫਰੈਂਡ ਬੋਲ ਰਹੀ ਹਾਂ, ਨਿਸ਼ਾ। ਰਾਜ ਕਿੱਥੇ ਆਪਣੇ? ਰਾਜ ਤਾਂ ਜੀ ਬਾਜ਼ਾਰ ਗਈ ਹੋਈ ਦੀਦੀ ਨਾਲ। ਉਹਦਾ ਫੋਨ ਕਮਰੇ ਵਿੱਚ ਹੀ ਪਿਆ ਸੀ। ਉੱਤੇ ਜਦੋਂ ਰਾਜ ਆਈ ਨਾ ਉਹਨੂੰ ਦੱਸਦੀ ਕਿ ਅਸੀਂ ਉਹਦਾ ਰਿਸ਼ਤਾ ਪੱਕਾ ਕਰਤਾ। ਕੀ ਰਿਸ਼ਤਾ ਪੱਕਾ ਕਰਤਾ ਰਾਜ ਦਾ? ਹਾਂ ਪੁੱਤ, ਐਸਾ ਐਤਵਾਰੀ ਦੇਖ ਦਿਖਾਈ ਕਰਕੇ ਸਿੱਧਾ ਸ਼ਗਨ ਹੀ ਦੇਣਾ। ਵੈਸੇ ਮੁੰਡੇ ਵਾਲਿਆਂ ਤੇ ਆਪਣੀ ਰਾਜ ਨੂੰ ਫੋਟੋ ਦੇਖ ਕੇ ਪਸੰਦ ਕਰ ਲਿਆ। ਹਾਂਜੀ ਠੀਕ ਹੈ ਆਂਟੀ ਜੀ, ਜਦੋਂ ਰਾਜ ਆ ਗਈ ਮੈਂ ਤੁਹਾਡੀ ਗੱਲ ਕਰਾ ਦੂੰਗੀ। ਰਾਜ ਤੇਰੇ ਮੰਮਾ ਸੀ, ਤੇਰਾ ਰਿਸ਼ਤਾ ਪੱਕਾ ਕਰਤਾ। ਇਸ ਐਤਵਾਰ ਤੇਰੀ ਦੇਖ ਦਿਖਾਈ ਹੈ। ਉਹਨਾਂ ਨੇ ਤੈਨੂੰ ਫੋਟੋ ਦੇਖ ਕੇ ਹੀ ਪਸੰਦ ਕਰ ਲਿਆ। ਬਸ ਹੁਣ ਸ਼ਗਨ ਪਾਉਣ ਹੀ ਆਉਣਾ ਤੇ ਫਿਰ ਨਾਲ ਦੀ ਨਾਲ ਵਿਆਹ। ਰਿਸ਼ਤਾ ਤਾਂ ਇਹਦਾ ਹੋ ਜੂ, ਪਰ ਮੈਂ ਉਸ ਕੁੱਤੇ ਨੂੰ ਬਚਣ ਨਹੀਂ ਦਿੰਦੀ। ਪੈਸੇ ਦੇਣ ਦੀਆਂ ਗੱਲਾਂ ਕਰਦਾ ਸੀ। ਨਹੀਂ ਦੀਦੀ, ਹਲੇ ਕੁਛ ਨਾ ਕਹੋ। ਜੇ ਪੁਲਿਸ ਨੂੰ ਫੋਨ ਕਰਤਾ ਸਭ ਨੂੰ ਪਤਾ ਲੱਗ ਜਾਣਾ, ਇਹਦਾ ਰਿਸ਼ਤਾ ਟੁੱਟ ਜਾਣਾ। ਪਲੀਜ਼ ਦੀਦੀ ਰਹਿਣ ਦਿਓ, ਨਾ ਕਰੋ ਫੋਨ। ਪਤਾ ਤਾਂ ਬਾਅਦ ਚ ਵੀ ਲੱਗਣਾ ਹੀ ਹੈ। ਬਾਅਦ ਚ ਦੇਖਾਂਗੇ ਦੀਦੀ, ਇੱਕ ਵਾਰੀ ਦਾ ਰਿਸ਼ਤਾ ਹੋ ਲੈਣ ਦਿਓ। ਨਿਸ਼ਾ ਬਸ ਯਾਰ, ਤੂੰ ਹਮੇਸ਼ਾ ਨਿਆਣੇ ਵਾਲੀਆਂ ਗੱਲਾਂ ਨਾ ਕਰਿਆ ਕਰ। ਪਹਿਲਾਂ ਵੀ ਤੂੰ ਇਦਾਂ ਹੀ ਕੀਤਾ ਸੀ ਨਾ, ਪਰ ਨਹੀਂ, ਹੁਣ ਨਹੀਂ।
ਆਖਿਰ ਮੈਂ ਵੀ ਇਸ ਪਿਆਰ ਦੀ ਭੇਟ ਚੜ੍ਹ ਹੀ ਗਈ। ਉਹ ਸੰਦੀਪ ਜੋ ਮੈਨੂੰ ਅੰਤਾਂ ਦਾ ਪਿਆਰ ਕਰਦਾ ਸੀ, ਮੇਰੇ ਸਾਹਾਂ 'ਚ ਸਾਹ ਲੈਂਦਾ ਸੀ, ਜਦੋਂ ਬਦਲਣ ਤੇ ਆਇਆ ਤਾਂ 1 ਮਿੰਟ ਵੀ ਨਾ ਲੱਗਿਆ। ਮੇਰਾ ਸਿਰ ਦੁਖਣ ਤੇ ਵੀ ਦਿਨ 'ਚ 10-10 ਵਾਰ ਪੁੱਛਣ ਵਾਲਾ, ਹੁਣ ਉਹਨੇ 1 ਵਾਰ ਵੀ ਨਾ ਸੋਚਿਆ ਕਿ ਮੇਰੇ ਤੇ ਕੀ ਬੀਤੇਗੀ। ਨਹੀਂ, ਬਿਲਕੁਲ ਨਹੀਂ। ਸਗੋਂ ਉਹ ਤਾਂ ਇਸ ਨਰਕ 'ਚ ਮੈਨੂੰ ਇਸ ਤਰ੍ਹਾਂ ਛੱਡ ਕੇ ਚਲਾ ਗਿਆ ਜਿਵੇਂ ਮੇਰੇ ਨਾਲ ਕੋਈ ਨਾਤਾ ਹੀ ਨਾ ਹੋਵੇ। ਤੇ ਰਹੀ ਗੱਲ ਰਿਸ਼ਤੇ ਦੀ, ਮੈਂ ਸ਼ੁੱਕਰਵਾਰ ਨੂੰ ਹੀ ਘਰ ਚਲੀ ਗਈ। ਦੇਖ ਦਿਖਾਈ ਤੋਂ ਬਾਅਦ ਹੀ ਉਹਨਾਂ ਨੇ ਸ਼ਗਨ ਕਰ ਦਿੱਤਾ ਤੇ ਪੇਪਰ ਖਤਮ ਹੋਣ ਤੋਂ ਬਾਅਦ ਸਿੱਧਾ ਵਿਆਹ ਰੱਖ ਦਿੱਤਾ। ਪਰ ਇਹ ਸਭ ਕੁਝ ਖੇਡ ਬਣ ਕੇ ਰਹਿ ਗਿਆ। ਉਸ ਮੁੰਡੇ ਨੇ ਸ਼ਗਨ ਤੋਂ ਬਾਅਦ ਆਪਣੇ ਕਿਸੇ ਯੂਨੀਵਰਸਿਟੀ ਪੜ੍ਹਦੇ ਦੋਸਤ ਤੋਂ ਮੇਰੇ ਬਾਰੇ ਸਭ ਕੁਝ ਪਤਾ ਕਰਵਾ ਲਿਆ। ਜਦੋਂ ਉਸਨੂੰ ਮੇਰੇ ਤੇ ਸੰਦੀਪ ਦੇ ਇਸ ਬੰਧਨ ਦਾ ਪਤਾ ਲੱਗਿਆ, ਉਸਨੇ ਰਿਸ਼ਤਾ ਤੋੜ ਦਿੱਤਾ। ਵਿਵਾਦ ਖੜਾ ਹੋਇਆ ਤੇ ਫਿਰ ਹੌਲੀ-ਹੌਲੀ ਮੇਰੇ ਪ੍ਰੈਗਨੈਂਟ ਹੋਣ ਦਾ ਭੇਤ ਵੀ ਖੁੱਲ ਗਿਆ। ਇਹ ਸਭ ਕੁਝ ਜਾਣ ਕੇ ਘਰਦਿਆਂ ਨੇ ਮੈਨੂੰ ਮਰੀ ਹੋਈ ਸਮਝ ਲਿਆ ਤੇ ਕੁਝ ਸਮੇਂ ਬਾਅਦ ਮਾਂ ਵੀ ਚੱਲ ਵਸੀ। ਵੀਰੇ ਨੇ ਤਾਂ ਮੈਨੂੰ ਘਰੇ ਨਹੀਂ ਵੜਨ ਦਿੱਤਾ ਤੇ ਪਾਪਾ ਨੇ ਤਾਂ ਉਸ ਦਿਨ ਤੋਂ ਬਾਅਦ ਕਦੇ ਮੇਰੀ ਸ਼ਕਲ ਨਹੀਂ ਦੇਖੀ। ਉਸ ਦਿਨ ਜਦੋਂ ਰਣਜੋਤ ਦੀਦੀ ਨੇ ਦੱਸਿਆ ਉਸ ਪਿੰਡ ਵਿੱਚ ਕੋਈ ਸੰਦੀਪ ਨਾਮ ਦਾ ਮੁੰਡਾ ਹੈ ਹੀ ਨਹੀਂ ਤੇ ਨਾ ਹੀ ਆਲੇ ਦੁਆਲੇ ਦੇ ਪਿੰਡਾਂ ਵਿੱਚ ਉਸ ਦਾ ਕੋਈ ਥਾਂ ਟਿਕਾਣਾ ਹੀ ਨਹੀਂ, ਮੇਰੇ ਪੈਰਾਂ ਹੇਠੋਂ ਤਾਂ ਜ਼ਮੀਨ ਹੀ ਨਿਕਲ ਗਈ। ਮੈਂ ਤਾਂ ਇਹ ਕਹਿੰਦੀ ਖੁਸ਼ ਹੁੰਦੀ ਸੀ ਕਿ ਉਸਨੇ ਮੈਨੂੰ ਕਿਸੇ ਨਾਲ ਮਿਲਾਣਾ ਤਾਂ ਕੀ, ਸਗੋਂ ਮੇਰੇ ਬਾਰੇ ਕਦੇ ਕਿਸੇ ਨੂੰ ਕੁਝ ਦੱਸਿਆ ਤੱਕ ਨਹੀਂ। ਇਹੀ ਮੇਰੀ ਸਭ ਤੋਂ ਵੱਡੀ ਕਮਜ਼ੋਰੀ ਬਣ ਗਈ। ਮੈਨੂੰ ਤਾਂ ਉਹਦੇ ਨਾਮ ਤੋਂ ਬਿਨਾਂ ਕੁਝ ਪਤਾ ਹੀ ਨਹੀਂ ਸੀ ਕਿ ਉਹ ਕੌਣ ਸੀ, ਕਿੱਥੋਂ ਆਇਆ ਸੀ। ਇਹ ਸਭ ਸੁਣ ਕੇ ਤਾਂ ਮੈਂ ਆਪਣੇ ਆਪ ਨੂੰ ਖਤਮ ਕਰਨ ਤੇ ਹੀ ਤੁਲ ਗਈ ਸੀ। ਪਰ ਜਦੋਂ ਦੀਦੀ ਨੇ ਕਿਹਾ ਕਿ ਪਹਿਲਾਂ ਜ਼ਹਿਰ ਮੈਨੂੰ ਦੇ ਫੇਰ ਆਪ ਪੀ, ਇਹ ਸੁਣ ਕੇ ਤਾਂ ਮੈਂ ਕੰਬ ਗਈ ਸੀ। ਮੈਂ ਉਹਨਾਂ ਨੂੰ ਕਿਵੇਂ ਜ਼ਹਿਰ ਦੇ ਸਕਦੀ ਸੀ? ਬਲਕਿ ਉਹਨਾਂ ਦੀ ਅਸਲੀਅਤ ਜਾਣ ਕੇ ਤਾਂ ਮੈਂ ਹੋਰ ਵੀ ਉਹਨਾਂ ਨਾਲ ਜੁੜ ਗਈ ਸੀ। ਬਸ ਉਹਨਾਂ ਨੇ ਹੀ ਮੈਨੂੰ ਇਸ ਆਤਮ ਹੱਤਿਆ ਦੇ ਰਸਤੇ ਤੋਂ ਰੋਕਿਆ ਤੇ ਆਪਣੇ ਵਾਂਗ ਲੜਨ ਦੀ ਹਿੰਮਤ ਦਿੱਤੀ। ਬਾਕੀ ਰਹੀ ਗੱਲ ਹਰਮਨ ਦੀ, ਉਹ ਉਦਾਂ ਦਾ ਹੀ ਰਿਹਾ ਜਿੱਦਾਂ ਦਾ ਉਹ ਸੀ, ਇੱਕ ਵੱਡੇ ਸੰਘਣੇ ਦਰਖਤ ਦੀ ਤਰ੍ਹਾਂ ਜੋ ਹਮੇਸ਼ਾ ਆਪਣੀ ਥਾਂ ਤੋਂ ਕਿਤੇ ਨਹੀਂ ਸੀ ਜਾਂਦਾ। ਉਹ ਹਰਮਨ ਹੀ ਸੀ ਜਿਸ ਨੇ ਮੇਰਾ ਭਰੋਸਾ ਦੀਦੀ ਵਾਂਗ ਪਿਆਰ ਤੇ ਮਰਦਾਂ ਤੋਂ ਨਾ ਉੱਠਣ ਦਿੱਤਾ। ਜਿਸ ਤੋਂ ਮੈਨੂੰ ਦੀਦੀ ਦੀ ਇਹ ਸੋਚ ਗਲਤ ਲੱਗਦੀ ਹੈ ਕਿ ਸਾਰੇ ਮਰਦ ਹੀ ਮਾੜੇ ਨੇ। ਨਹੀਂ, ਹਾਲੇ ਹਰਮਨ ਵਰਗੇ ਲੋਕ ਵੀ ਇਸ ਦੁਨੀਆ ਤੇ ਹੈਗੇ ਨੇ ਜਿਨ੍ਹਾਂ ਦੀਆਂ ਅੱਖਾਂ ਵਿੱਚ ਪਿਆਰ ਦਾ ਅਥਾਹ ਸਾਗਰ ਹੈ, ਜਿਸ ਦੀਆਂ ਅੱਖਾਂ ਵਿੱਚ ਮੈਨੂੰ ਜ਼ਿੰਦਗੀ ਤੈਰਦੀ ਹੋਈ ਨਜ਼ਰ ਆਉਂਦੀ ਹੈ। ਨਿਸ਼ਾ ਪੇਪਰਾਂ ਤੋਂ ਬਾਅਦ ਯੂਨੀਵਰਸਿਟੀ ਛੱਡ ਗਈ ਤੇ ਫਿਰ ਕਦੇ ਮੁੜ ਕੇ ਨਾ ਆਈ। ਅੱਜ ਉਹ ਵਿਆਹ ਕਰਵਾ ਕੇ ਆਪਣੇ ਘਰ ਖੁਸ਼ ਰਹਿ ਰਹੀ ਹੈ ਤੇ ਰਣਜੋਤ ਦੀਦੀ ਨੇ ਹੁਣ ਤੱਕ ਵਿਆਹ ਨਹੀਂ ਕਰਵਾਇਆ ਤੇ ਚੰਗੀ ਨੌਕਰੀ ਕਰਕੇ ਆਪਣੇ ਪੈਰਾਂ ਤੇ ਆਪ ਖੜੀ ਹੈ ਤੇ ਅੱਜ ਵੀ ਸ਼ੇਰਨੀ ਵਾਂਗੂ ਦਹਾੜਦੀ ਹੈ। ਉਹ ਹਮੇਸ਼ਾ ਮੇਰਾ ਕਿਸੇ ਸਗੀ ਭੈਣ ਤੋਂ ਵੱਧ ਕੇ ਕਰਦੀ ਹੈ। ਤੁਸੀਂ ਸੋਚਦੇ ਹੋਵੋਗੇ ਫਿਰ ਮੇਰਾ ਕੀ ਬਣਿਆ? ਮੇਰਾ ਕੀ ਬਣਨਾ ਸੀ? ਮੇਰਾ ਰਿਸ਼ਤਾ ਟੁੱਟਣ ਤੋਂ ਬਾਅਦ ਦੀਦੀ ਨੇ ਸੰਦੀਪ ਬਾਰੇ ਸਭ ਕੁਝ ਪਤਾ ਕਰ ਲਿਆ ਤੇ ਫਿਰ ਉਸ ਤੇ ਰੇਪ ਦਾ ਕੇਸ ਪਾ ਦਿੱਤਾ। ਫਿਰ ਉਸ ਨੂੰ ਜੇਲ੍ਹ ਭੇਜ ਦਿੱਤਾ। ਅੱਜ ਉਹ ਜੇਲ੍ਹ ਵਿੱਚ ਸੜ ਰਿਹਾ ਹੈ। ਉਸਦੇ ਘਰਦਿਆਂ ਨੇ ਤਾਂ ਮੈਨੂੰ ਆਪਣੀ ਨੂੰਹ ਬਣਾਉਣ ਨੂੰ ਵੀ ਮੰਨ ਲਿਆ ਸੀ, ਪਰ ਮੈਂ ਨਾ ਮੰਨੀ। ਮੈਂ ਉਸ ਦਰਿੰਦੇ ਦੇ ਘਰ ਜਾਣਾ ਹੀ ਨਹੀਂ ਸੀ ਚਾਹੁੰਦੀ ਜੋ ਅਜਿਹੀ ਹਾਲਤ ਵਿੱਚ ਮੈਨੂੰ ਕੱਲੀ ਨੂੰ ਮਰਨ ਲਈ ਛੱਡ ਕੇ ਚਲਾ ਗਿਆ। ਬਲਕਿ ਮੈਂ ਆਪਣੇ ਬੱਚੇ ਨੂੰ ਜਨਮ ਦੇ ਕੇ ਉਸਦੇ ਤੇ ਉਸਦੇ ਖਾਨਦਾਨ ਦੇ ਮੂੰਹ ਤੇ ਅਜਿਹੀ ਚਪੇੜ ਮਾਰੀ ਹੈ ਜੋ ਉਸਨੂੰ ਹਜੇ ਤੱਕ ਰੜਕ ਰਹੀ ਹੈ। ਤੇ ਮੈਂ ਆਪਣੀ ਪੜ੍ਹਾਈ ਵੀ ਕੀਤੀ ਤੇ ਨੌਕਰੀ ਵੀ, ਤੇ ਅੱਜ ਮੈਂ ਆਪਣੇ ਛੋਟੇ ਪਰਿਵਾਰ ਨਾਲ ਬਹੁਤ ਖੁਸ਼ ਹੈ। ਪਰ ਇੱਕ ਤੋਹਫਾ ਜੋ ਮੈਨੂੰ ਤੁਹਾਡੇ ਸਮਾਜ ਨੇ ਦਿੱਤਾ, ਮੇਰਾ ਨਾਂ ਵੀ ਨਿਸ਼ਾ ਤੇ ਰਣਜੋਤ ਦੀਦੀ ਵਾਂਗ ਉਹਨਾਂ ਕੁੜੀਆਂ 'ਚ ਸ਼ਾਮਿਲ ਹੋ ਗਿਆ ਜਿਨ੍ਹਾਂ ਨੂੰ ਤੁਹਾਡਾ ਭਲਾ ਸਮਾਜ ਬਦਨਾਮ ਕੁੜੀਆਂ ਕਹਿੰਦਾ ਹੈ। ਬਦਨਾਮ ਕੁੜੀਆਂ।